सत श्री अकाल। न्यूज़ 18 पंजाब हरियाणा देख रहे सारे दर्शकों का स्वागत है। मैं हाँ विजयपाल सिंह बराड़। खबरों का प्राइम टाइम लैके दर्शकों के सामने हाजिर हाँ और प्राइम टाइम च अज गल होएगी उस डेडलॉक दी जो खत्म हो गया। पंजाब सरकार ते पीसीएस अफसरां दे विचाले जो रेड़का चल रहा सी वो खत्म हो गया। पीसीएस अफसर अपने काम ते वापस परत आए ने। सरकार वालों सख्ती की। पंजाब के मुख मंत्री भगवंत मान ने सख्त ऑर्डर कढ़े। उस तो बाद मीटिंगां दा दौर चलिया ते उस तो बाद ये जिहड़ा पूरा घटनाक्रम सी इसनूं सैट कर लिया गया। पीसीएस अफसर अपने काम ते वापस परत आए ने पर यह जिहड़ी स्ट्राइक सी इसने आम लोगों की बहुत खज्जल खुआरी की जो रोजमर्रा के कामां दे लई सरकारी दफ्तरां दे विच जांदे ने। और सरकार ने जो सख्ती दिखाई उसने भी आने वाले समय के लिए भी कई वड्डे संदेश दिते ने, खास करके अधिकारियों नूं। सो इसते असी विस्तार दे विच अज पैनल के रूप में चर्चा करांगे। पहला इस पूरे घटनाक्रम ते एक रिपोर्ट दिखाउणी। ਜਦੋਂ सीएम मान ने पीसीएस अफसरां ਨੂੰ 2 ਵਜੇ तक ਦਾ ਅਲਟੀਮੇਟਮ ਦਿੱਤਾ, ਕੰਮ ਤੇ ਨਾ ਪਰਤਣ ਤੇ ਸਸਪੈਂਡ ਤੱਕ ਕਰਨ ਦੀ ਚੇਤਾਵਨੀ ਦਿੱਤੀ, ਅਫਸਰਾਂ ਦੀ ਹੁਣ ਤੱਕ ਦੀ ਸਰਵਿਸ ਤੇ ਤਲਵਾਰ ਲਟਕੀ, ਤਾਂ ਫਿਰ ਇਸ ਸਖਤੀ ਦਾ ਅਸਰ ਵੀ ਨਜ਼ਰ ਆਇਆ। ਪੀਸੀਐਸ ਐਸੋਸੀਏਸ਼ਨ ਹਰਕਤ ਵਿੱਚ ਆਈ ਤੇ ਬੈਠਕਾਂ ਦਾ ਦੌਰ ਸ਼ੁਰੂ ਹੋਇਆ। ਇੱਕ ਪਾਸੇ 2 ਵਜੇ ਵਾਲੀ ਖਤਰੇ ਦੀ ਘੰਟੀ ਬਰੂਹਾਂ ਤੇ ਸੀ ਤੇ ਦੂਜੇ ਪਾਸੇ ਪੀਸੀਐਸ ਐਸੋਸੀਏਸ਼ਨ ਦਾ ਸਿਵਲ ਸਕੱਤਰ ਦੇ ਵਿੱਚ ਸੀਐਮ ਦੇ ਵਧੀਕ ਮੁੱਖ ਸਕੱਤਰ ਵੇਣੂ ਪ੍ਰਸਾਦ ਦੇ ਨਾਲ ਮੰਥਨ ਚੱਲ ਰਿਹਾ ਸੀ। ठीक 2 ਵਜੇ ਅਲਟੀਮੇਟਮ ਖਤਮ ਹੋਇਆ ਪਰ ਬੈਠਕ ਦਾ ਦੌਰ ਜਾਰੀ ਰਿਹਾ ਤੇ ਆਖਰ ਕਰੀਬ 2:24 ਤੇ ਬੈਠਕ ਦਾ ਨਿਚੋੜ ਵੀ ਨਿਕਲ ਕੇ ਆ ਗਿਆ। ਵੇਣੂ ਪ੍ਰਸਾਦ ਖੁਦ ਮੀਡੀਆ ਦੇ ਮੁਖਾਤਿਬ ਹੋਏ ਤੇ ਸਾਫ਼ ਕਰ ਦਿੱਤਾ ਕਿ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਵੇਣੂ ਪ੍ਰਸਾਦ ਨੇ ਕਿਹਾ ਕਿ 1 ਹਫ਼ਤੇ ਦੇ ਅੰਦਰ ਮੰਗਾਂ ਨੂੰ ਵੇਖਿਆ ਜਾਵੇਗਾ ਪਰ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ। आज का यही है कि ऑफिसर्स स्ट्राइक विथड्रॉ करके और मास लीव विथड्रॉ करके ज्वाइन कर रहे और सरकार ने रीटरेट किया हमारा एंटी करप्शन ड्राइव चालू रहेगा। जो करप्ट प्रैक्टिसेस विच इन्वॉल्व कर दे उन्होंने खिलाफ स्ट्रिक्ट एक्शन होएगा। ਤੇ ਫਿਰ ਬੋਲਣ ਦੀ ਵਾਰੀ ਪੀਸੀਐਸ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਉਬਰਾਈ ਦੀ ਆਈ ਤੇ ਐਲਾਨ ਕਰ ਦਿੱਤਾ ਕਿ ਸਮੂਹਿਕ ਛੁੱਟੀ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ ਤੇ ਅਧਿਕਾਰੀ ਮੁੜ ਕੰਮ ਤੇ ਪਰਤ ਰਹੇ ਨੇ। मैं फिर स्ट्रेस करता मास सीएल ਤੇ ਸਾਡੇ ਅਫਸਰ ਗਏ ਸੀ ਜਿਹਦੇ ਤੋਂ ਅਸੀਂ ਆਪਣਾ ਟੈਂਪਰੇਰੀ ਕਾਲ ਵਾਪਸ ਲੈ ਲਿਆ ਬੇਸਡ ਅਪਨ ਦਾ ਮੀਟਿੰਗ ਆਫ ਆਨਰੇਬਲ ਸੀਐਮ ਸਾਹਿਬ ਐਂਡ ਪ੍ਰਿੰਸੀਪਲ ਸੈਕਟਰੀ। ਵੀ ਹੋਪ ਐਂਡ ਵੀ ਐਕਸਪੈਕਟ ਕਿ ਸਾਡੇ ਜਿਹੜੇ ਕਿਉਂਕਿ ਇਸ ਤੋਂ ਉੱਪਰ ਤਾਂ ਕੋਈ ਫੋਰਮ ਹੀ ਨਹੀਂ ਹੈ। ਵੀ ਐਕਸਪੈਕਟ ਕਿ ਇਹ ਸਾਰਾ ਰੈਜ਼ੋਲੂਸ਼ਨ ਜਿਵੇਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਕਿਹਾ ਵਿਦਿਨ ਅ ਵੀਕਸ ਟਾਈਮ ਹੋ ਜਾਏਗਾ। ਅਸੀਂ ਇਮੀਡੀਏਟਲੀ ਔਰ ਅਸੀਂ ਵੀ ਫੁੱਲੀ ਆਨਰ ਦਾ ਵਰਡ ਆਫ ਦਾ ਆਨਰੇਬਲ ਸੀਐਮ ਐਂਡ ਆਵਰ ਪ੍ਰਿੰਸੀਪਲ ਸੈਕਟਰੀ ਸਾਹਿਬ। ਸੋ ਆਖਿਰ ਹੜਤਾਲ ਖਤਮ ਹੋਣ ਦੇ ਨਾਲ ਸਰਕਾਰ ਦੇ ਨਾਲ ਆਮ ਜਨਤਾ ਨੂੰ ਵੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਪੀਸੀਐਸ ਅਫਸਰ ਸੋਮਵਾਰ ਤੋਂ ਹੜਤਾਲ ਤੇ ਸਨ ਤੇ ਆਮ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੋਣ ਦੇ ਲਈ ਮਜਬੂਰ ਸਨ। ਤੇ ਹੁਣ ਸਾਫ਼ ਹੈ ਕਿ ਜਿਹੜੇ ਲੋਕ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣਗੇ ਤਾਂ ਤੁਹਾਨੂੰ ਅਫਸਰ ਵੀ ਮਿਲਣਗੇ ਤੇ ਤੁਹਾਡਾ ਬਿਨਾਂ ਰੁਕਾਵਟ ਦੇ ਕੰਮ ਵੀ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਅਫਸਰਾਂ ਦੀ ਹੜਤਾਲ ਸਮਾਪਤ ਹੋ ਗਈ ਹੈ। ਅਫਸਰ ਕੰਮ ਤੇ ਪਰਤ ਆਏ ਨੇ। ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਮਿਲ ਗਈ ਹੈ ਪਰ ਕਈ ਸਾਰੇ ਸਵਾਲ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕਿ ਕੀ ਅਫਸਰਾਂ ਦੀ ਹੜਤਾਲ ਦੇ ਨਾਲ ਗਲਤ ਸੁਨੇਹਾ ਗਿਆ? ਕੀ ਅਫਸਰਾਂ ਦੀ ਸਮੂਹਿਕ ਛੁੱਟੀ ਬਲੈਕਮੇਲਿੰਗ ਸੀ? ਜਿਸ ਤਰੀਕੇ ਨਾਲ ਜੋ ਚਿੱਠੀ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਬਲੈਕਮੇਲਿੰਗ ਤੇ ਦਬਾਅ ਸਰਕਾਰ ਨਹੀਂ ਬਰਦਾਸ਼ਤ ਕਰੇਗੀ। ਕਰਪਸ਼ਨ ਤੇ ਐਕਸ਼ਨ ਤੋਂ ਬਾਅਦ ਅਜਿਹਾ ਰਿਐਕਸ਼ਨ ਕਿਉਂ ਹੋਇਆ? ਕੀ ਅਫਸਰਸ਼ਾਹੀ ਨੂੰ ਹੀ ਜਾਂਚ ਪ੍ਰਕਿਰਿਆ ਤੇ ਭਰੋਸਾ ਨਹੀਂ ਹੈ? ਇਹ ਵੀ ਇੱਕ ਸਵਾਲ ਹੈ। ਕਾਰਵਾਈ ਦੇ ਦੌਰਾਨ ਪ੍ਰਕਿਰਿਆ ਦਾ ਪਾਲਣ ਕੌਣ ਨਹੀਂ ਕਰ ਰਿਹਾ? ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਔਰ ਸਭ ਤੋਂ ਵੱਡਾ ਸਵਾਲ ਕਿ ਜਨਤਾ ਦੀ ਜਿਹੜੀ ਖੱਜਲ ਖੁਆਰੀ ਹੁੰਦੀ ਹੈ ਜਾਂ ਜਨਤਾ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਹੈ ਉਸ ਦੇ ਲਈ ਫਿਰ ਜਵਾਬਦੇਹ ਕੌਣ ਹੋਏਗਾ ਜੇ ਇਸ ਤਰੀਕੇ ਦੀ ਸਖਤੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਰੱਖੀ ਜਾਏਗੀ? ਬੜੇ ਸਾਰੇ ਸਵਾਲ ਨੇ। ਪੈਨਲ ਸਾਡੇ ਨਾਲ ਜੁੜ ਰਿਹਾ ਹੈ। ਇੰਟਰੋਡਕਸ਼ਨ ਕਰਵਾਉਣੇ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਨਰਜੀਤ ਸਿੰਘ ਗੋਲਡੀ जुड़े ने,
ਸਾਡੇ ਨਾਲ ਬੀਜੇਪੀ ਤੋਂ ਐਸਐਸ ਚੰਨੀ ਸਾਹਿਬ ਜੁੜੇ ਨੇ ਔਰ ਸਾਡੇ ਨਾਲ ਜਸਵਿੰਦਰ ਸਿੱਖਾਂਵਾਲਾ ਜੁੜੇ ਨੇ ਕਾਂਗਰਸ ਪਾਰਟੀ ਤੋਂ। ਆਮ ਆਦਮੀ ਪਾਰਟੀ ਤੋਂ ਨੀਲ ਗਰਗ ਥੋੜੀ ਦੇਰ ਦੇ ਵਿੱਚ ਜੁੜਨਗੇ, ਸੋ ਗੱਲਬਾਤ ਕਰਾਂਗੇ। ਨੀਲ ਗਰਗ ਜੀ ਵੀ ਜੁੜ ਗਏ ਨੇ ਸਾਡੇ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਮਹਿਮਾਨਾਂ ਦਾ। ਸੋ ਗਰਗ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹ ਰਿਹਾ ਕਿ ਜਿਸ ਤਰੀਕੇ ਦਾ ਇਹ ਘਟਨਾਕ੍ਰਮ ਪੂਰਾ ਜਿਵੇਂ ਸ਼ੁਰੂ ਹੋਇਆ, 9 ਤਰੀਕ ਨੂੰ ਸੀਐਮ ਦੇ ਨਾਲ ਮੀਟਿੰਗ ਹੁੰਦੀ ਹੈ, ਸੀਐਮ ਭਰੋਸਾ ਦਿੰਦੇ ਨੇ ਪਰ ਗੱਲ ਫਿਰ ਵੀ ਸਿਰੇ ਨਹੀਂ ਲੱਗਦੀ। ਜੋ ਕਾਲ ਦਿੱਤੀ ਗਈ ਸਮੂਹਿਕ ਛੁੱਟੀ ਦੀ ਉਹ ਬਰਕਰਾਰ ਰਹਿੰਦੀ ਹੈ। 2 ਦਿਨਾਂ ਦੇ ਵਿੱਚ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੁੰਦੀ ਹੈ ਉਹਦੇ ਨਾਲ ਹਾਹਾਕਾਰ ਮਚ ਜਾਂਦੀ ਹੈ ਤੇ ਅਖੀਰ ਸਰਕਾਰ ਨੂੰ ਸਖਤ ਆਦੇਸ਼ ਜਾਰੀ ਕਰਨੇ ਪੈਂਦੇ ਨੇ। ਭਾਵੇਂ ਬਾਅਦ ਦੇ ਵਿੱਚ ਫਿਰ ਮੀਟਿੰਗ ਦੇ ਜ਼ਰੀਏ ਹੀ ਇਹ ਮਸਲਾ ਜਿਹੜਾ ਸੀ ਉਹ ਸਿਰੇ ਲੱਗਿਆ, ਪਰ ਕੀ ਸਮਝਦੀ ਹੈ ਸਰਕਾਰ ਜਾਂ ਕੀ ਸਮਝਦੇ ਨੇ ਮੁੱਖ ਮੰਤਰੀ ਕਿ ਇਹ ਸਖਤੀ ਲਾਜ਼ਮੀ ਸੀ ਇਸ ਡੈਡਲੌਕ ਨੂੰ ਤੋੜਨ ਦੇ ਲਈ? ਦੇਖੋ ਵਿਜੇਪਾਲ ਜੀ, ਇਸ ਸਾਰੇ ਪੰਜਾਬੀ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਦੀ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ। ਉਸ ਕਰਪਸ਼ਨ ਦੇ ਮਾਮਲੇ 'ਚ ਭਾਵੇਂ ਕੋਈ ਅਫਸਰ ਹੋਵੇ, ਕੋਈ ਸਾਡਾ ਮੰਤਰੀ ਹੋਵੇ, ਸਾਡਾ ਐਮਐਲਏ ਹੋਵੇ, ਕੋਈ ਸਾਬਕਾ ਮੰਤਰੀ ਹੋਵੇ, ਕਿਸੇ ਨੂੰ ਵੀ ਅਸੀਂ ਉੱਤੇ ਬਖਸ਼ਾਂਗੇ ਨਹੀਂ, ਨਾ ਬਖਸ਼ਿਆ ਤੇ ਨਾ ਹੀ ਅਸੀਂ ਬਖਸ਼ਾਂਗੇ। ਇਹ ਅੱਜ ਦਾ ਜਿਹੜਾ ਲੈਟਰ ਵੀ ਲਿਖਿਆ ਹੈ ਮੁੱਖ ਮੰਤਰੀ ਸਾਹਿਬ ਨੇ, ਉਹਦਾ ਸੰਦੇਸ਼ ਬੜਾ ਸਪਸ਼ਟ ਹੈਗਾ ਔਰ ਬੜਾ ਕਰੜਾ ਹੈਗਾ। ਜਿਸ ਤੁਸੀਂ ਖੁਦ ਦੱਸਿਆ ਕਿ 9 ਤਰੀਕ ਨੂੰ ਮੀਟਿੰਗ ਹੈ, ਉੱਥੇ ਵੀ ਗੱਲਬਾਤ ਹੁੰਦੀ ਹੈ। ਉਸ ਤੋਂ ਬਾਅਦ ਵੀ ਜਿਹੜਾ ਹੈਗਾ ਜਿਸ ਤਰੀਕੇ ਨਾਲ ਹੜਤਾਲ ਤੇ ਜਾਇਆ ਜਾਂਦਾ ਹੈ, ਇਹ ਇੱਕ ਤਰੀਕੇ ਦੀ ਬਲੈਕਮੇਲਿੰਗ ਹੈ, ਇਹ ਆਰਮ ਟਵਿਸਟ ਕਰਨ ਵਾਲੀ ਗੱਲ ਹੈਗੀ ਹੈ। ਔਰ ਜਦੋਂ ਲੋਕਾਂ ਨੇ ਐਡਾ ਵੱਡਾ ਮੈਂਡੇਟ ਹੀ ਇਸ ਕਰਕੇ ਦਿੱਤਾ ਹੈਗਾ ਕਿ ਕਰਪਸ਼ਨ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ, ਤਾਂ ਉਸ ਦੇ ਉੱਤੇ ਸਰਕਾਰ ਕੰਪਰੋਮਾਈਜ਼ ਕਿਵੇਂ ਕਰ ਲਵੇ? ਸੋ ਇਸ ਕਰਕੇ ਜਿਹੜਾ ਇੰਨਾ ਸਪਸ਼ਟ ਸੰਦੇਸ਼ ਸੀ, ਜਿਹਦੇ ਵਿੱਚ ਆਖਰੀ ਸ਼ਬਦ ਸ਼ਾਇਦ ਉਸ ਲੈਟਰ ਦਾ ਸੀ ਡਾਈਜ਼ ਨੌਨ। ਇਸ ਦਾ ਮਤਲਬ ਇਹ ਹੈਗਾ ਕਿ ਜੇਕਰ ਕੋਈ ਪੀਸੀਐਸ ਅਫਸਰ ਜਿਹੜਾ ਹੈਗਾ ਉਹ ਆਪਣੀ ਡਿਊਟੀ ਤੇ ਵਾਪਸ ਨਹੀਂ ਆਉਂਦਾ ਤਾਂ ਨੈਚੁਰਲੀ ਉਹਦੀ ਸਰਵਿਸ ਦੇ ਵਿੱਚ ਬ੍ਰੇਕ ਮੰਨਿਆ ਜਾਏਗਾ। ਉਹਦਾ ਜਿਹੜਾ ਤਜਰਬਾ ਹੈ, ਚਾਹੇ ਉਹ 4 ਸਾਲ ਦਾ, ਕੋਈ 10 ਸਾਲ ਦਾ, ਕੋਈ 12 ਸਾਲ ਦਾ, ਉਹ ਜ਼ੀਰੋ ਹੋ ਜਾਏਗਾ। ਠੀਕ ਹੈ ਨਾ? ਕਾਰਨ ਕੀ ਹੈਗਾ ਇਹ ਫੈਸਲਾ ਕਿਉਂ ਲੈਣਾ ਪਿਆ? ਐਸਾ ਨਹੀਂ ਕਿ ਸਾਰੇ ਹੀ ਅਫਸਰ ਕਰਪਟ ਹੈਗੇ ਹੈ। ਬਿਲਕੁਲ, ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਕਿ ਸਾਰਿਆਂ ਨੂੰ ਇੱਕੇ ਰੱਸੇ ਤਾਂ ਨਹੀਂ ਲਿਆ ਜਾ ਸਕਦਾ। ਨਹੀਂ, ਦੇਖੋ ਹੁੰਦਾ ਕੀ ਹੈਗਾ, ਸਾਰਿਆਂ ਨੂੰ ਇੱਕੋ ਰੱਸੇ ਨਹੀਂ ਲਿਆ ਜਾ ਸਕਦਾ। ਅੱਜ ਜੇ ਪੰਜਾਬ ਚੱਲ ਰਿਹਾ ਤਾਂ ਉਹਨਾਂ ਇਮਾਨਦਾਰ ਅਫਸਰਾਂ ਦੀ ਬਦੌਲਤ ਚੱਲ ਰਿਹਾ। ਜੇ ਅਫਸਰ ਕਾਡਰ ਉਹ ਹਮੇਸ਼ਾ ਸਰਕਾਰ ਦਾ ਹਿੱਸਾ ਹੁੰਦਾ, ਉਹ ਹੜਤਾਲ ਕਿਵੇਂ ਕਰ ਸਕਦੇ ਨੇ? ਉਹ ਕਿਵੇਂ ਲੋਕਾਂ ਨੂੰ ਖੱਜਲ ਖੁਆਰੀ ਕਰ ਸਕਦੇ ਹੈਗੇ ਆ? ਔਰ ਵੈਸੇ ਵੀ ਕੋਈ ਵੀ ਐਸੋਸੀਏਸ਼ਨ ਹੋਵੇ, ਕੋਈ ਵੀ ਯੂਨੀਅਨ ਹੋਵੇ, ਉਹ ਕਰਪਸ਼ਨ ਦੀ ਹਮਾਇਤ ਕਿੱਦਾਂ ਕਰ ਸਕਦੀ ਹੈਗੀ ਹੈ? ਕੀ ਮਤਲਬ ਡੈਮੋਕ੍ਰੇਸੀ ਦਾ ਮਤਲਬ ਇਹ ਥੋੜਾ ਹੈਗਾ ਕਿ ਤੁਸੀਂ ਜਿਹਨੇ ਕਹੇ ਜਿਹੜੀ ਕਰਪਸ਼ਨ ਹੈ ਉਹ ਲੀਗਲਾਈਜ਼ ਹੋ ਜਾਵੇ, ਉਹਦਾ ਤੁਹਾਨੂੰ ਹੱਕ ਮਿਲ ਜਾਵੇ। ਠੀਕ ਹੈ ਨਾ? ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈਗੀ ਹੈ। ਠੀਕ ਹੈ ਨਾ? ਇਹ ਥੋੜਾ ਹੈ ਕਿ ਲੋਕਾਂ ਨੂੰ ਲੁੱਟੋ, ਤੁਸੀਂ ਸਰਕਾਰੀ ਖਜ਼ਾਨਾ ਲੁੱਟੋ, ਆਪਣੇ ਘਰ ਭਰੋ। ਹਾਂ, ਇਹ ਗੱਲ ਬਿਲਕੁਲ ਜਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਉਸ ਦਿਨ ਵੀ ਆਖਿਆ ਸੀ, ਹਰ ਜਾਨੀ ਕਿ ਕੇਸ ਦੇ ਵਿੱਚ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈਗਾ, ਉਹ ਕੀਤਾ ਜਾਂਦਾ, ਹੁਣ ਵੀ ਕੀਤਾ ਜਾਏਗਾ। ਜੇ ਉੱਥੇ ਕੁਤਾਹੀ ਹੈਗੀ ਹੈ ਉਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈਗੀ ਹੈ। ਵੈਸੇ ਵੀ ਤੁਸੀਂ ਦੇਖੋ, ਜਿਹੜੇ ਅਫਸਰ ਨੂੰ ਫੜਿਆ ਸੀ ਉਸ ਅਫਸਰ ਨੂੰ ਵਿਜੀਲੈਂਸ ਨੇ ਫੜਿਆ, ਅਦਾਲਤ ਵਿੱਚ ਪੇਸ਼ ਕੀਤਾ, 4 ਦਿਨਾਂ ਦਾ ਰਿਮਾਂਡ ਦਿੱਤਾ। ਅਦਾਲਤਾਂ ਵੀ ਤਾਂ ਇਹੀ ਚੀਜ਼ਾਂ ਦੇਖਣ ਵਾਸਤੇ ਹੁੰਦੀਆਂ ਨੇ ਕਿ ਕਿਸੇ ਨਾਲ ਕੋਈ ਗਲਤ ਤਾਂ ਨਹੀਂ ਹੋ ਰਿਹਾ। ਸੋ ਮੇਰੇ ਕਹਿਣ ਦਾ ਮਤਲਬ ਹੈਗਾ, ਇਸ ਤੋਂ ਅੱਜ ਸੰਦੇਸ਼ ਬੜਾ ਸਪਸ਼ਟ ਹੈਗਾ ਕਿ ਕਰਪਸ਼ਨ ਦੇ ਉੱਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਟੋਲਰੈਂਸ ਉਹ ਨਹੀਂ ਰੱਖ ਸਕਦੇ ਹੈਗੇ ਔਰ ਸਾਡੇ ਤੋਂ ਕੋਈ ਉਮੀਦ ਵੀ ਨਾ ਕਰੇ, ਕਿਉਂਕਿ ਇਹ ਜਿਹੜੀ ਸਰਕਾਰ ਹੈ, ਇਹ ਸਰਕਾਰ ਦੇ ਵਿੱਚ ਕਰਪਸ਼ਨ ਦਾ ਕੋਈ ਥਾਂ ਨਹੀਂ ਹੈ। ਜੇ 92 ਸੀਟਾਂ ਦੇ ਵਿੱਚ ਲੋਕਾਂ ਨੇ ਦਿੱਤੀਆਂ ਨੇ, ਉਹ ਇਸੇ ਕਰਕੇ ਦਿੱਤੀਆਂ ਨੇ, ਕਰਪਸ਼ਨ ਤੋਂ ਓਕੇ। ਜੀ ਜੀ ਜੀ, ਮੈਂ ਚੰਨੀ ਸਾਹਿਬ ਬੈਠੇ ਨੇ, ਐਸਐਸ ਚੰਨੀ ਸਾਹਿਬ ਬੈਠੇ ਨੇ। ਚੰਨੀ ਸਾਹਿਬ, ਤੁਹਾਡਾ ਲੰਬਾ ਚੌੜਾ ਤਜਰਬਾ ਹੈ ਬਿਊਰੋਕ੍ਰੇਸੀ ਦਾ। ਤੁਸੀਂ ਇਸ ਵੇਲੇ ਬੀਜੇਪੀ ਦੇ ਨਾਲ ਜੁੜੇ ਹੋਏ ਹੋ ਔਰ ਬਿਊਰੋਕ੍ਰੇਸੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਬਹੁਤ ਵੱਡੇ ਵੱਡੇ ਅਹੁਦਿਆਂ ਤੇ ਤੁਸੀਂ ਰਹੇ ਹੋ, ਪੰਜਾਬ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਕੰਮ ਕੀਤਾ ਪਿਛਲੇ ਸਮਿਆਂ ਦੇ ਵਿੱਚ। ਸੋ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਜੋ ਨੀਲ ਗਰਗ ਜੀ ਨੇ ਗੱਲ ਕੀਤੀ, ਜੋ ਸੀਐਮ ਵੱਲੋਂ ਸਖਤ ਸੰਦੇਸ਼ ਦਿੱਤਾ ਗਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜੇ ਵਾਪਸ ਨਾ ਆਏ ਤਾਂ ਫਿਰ ਸਸਪੈਂਸ਼ਨ ਦੇ ਲਈ ਤਿਆਰ ਰਹਿਣ। ਜਿਸ ਸ਼ਬਦ ਦਾ ਜ਼ਿਕਰ ਕੀਤਾ ਗਿਆ, ਡਾਇਜ਼ ਨੌਨ, ਉਸ ਸ਼ਬਦ ਤੋਂ ਬਾਅਦ ਜ਼ਿਆਦਾ ਜਿਹੜਾ ਸਖਤੀ ਸਰਕਾਰ ਦੀ ਹੈ ਉਹ ਸਾਹਮਣੇ ਆਈ ਔਰ ਫਿਰ ਮੀਟਿੰਗਾਂ ਵੀ ਚੱਲੀਆਂ ਤੇ ਫਟਾਫਟ ਸਭ ਕੁਝ ਸੌਟ ਆਊਟ ਵੀ ਹੋ ਗਿਆ। ਦੇਖੋ, ਜਿਹੜਾ ਆਪਾਂ ਇੱਕ ਸੰਵਿਧਾਨ ਦੇ ਨਾਲ ਚੱਲਦੇ ਹਾਂ ਜੀ, ਔਰ ਹਰੇਕ ਜਿਹੜਾ ਵੈਲਿਊ ਸਿਸਟਮ ਹੈ ਸਾਡਾ, ਉਹਦੇ ਮੁਤਾਬਕ ਕੋਈ ਆਮ ਨਾਗਰਿਕ, ਕੋਈ ਅਫਸਰ, ਕੋਈ ਪੋਲੀਟੀਕਲ ਪਾਰਟੀ, ਕੋਈ ਕਰਿੰਦਾ ਕਿਸੇ ਵੀ ਲੈਵਲ ਤੇ, ਚਾਹੇ ਕੋਈ ਅਫਸਰ ਵੱਡਾ ਹੈ ਛੋਟਾ ਹੈ, ਕੋਈ ਬੰਦਾ ਕਰਪਸ਼ਨ ਦੀ ਹਮਾਇਤ ਨਹੀਂ ਕਰ ਸਕਦਾ ਤੇ ਨਾ ਹੀ ਹੁਣ ਕਰਨੀ ਬਣਦੀ। ਠੀਕ ਹੈ। ਤੋਂ ਇਹ ਜਿਹੜੇ ਪੀਸੀਐਸ ਅਫਸਰ ਹੈਗੇ ਨੇ, ਇਹਨਾਂ ਨੇ ਇੱਕ ਬਹੁਤ ਮੰਦਭਾਗਾ ਸਟੈਂਡ ਲੈ ਲਿਆ ਕਿ ਕਰਪਸ਼ਨ ਦੀ ਹਮਾਇਤ ਦੇ ਵਿੱਚ ਇੱਕ ਤਰ੍ਹਾਂ ਨਾਲ ਇਹ ਆ ਗਏ। ਕੁਝ ਹੱਦ ਤੱਕ ਇਹਨਾਂ ਦੀ ਜਿਹੜੀ ਗੱਲ ਸੀ ਉਹ ਕਿਸੇ ਹੱਦ ਤੱਕ ਠੀਕ ਸੀ, ਜਿਹੜੀ ਕਿ ਅੱਜ
ਇੱਕ ਜਿਹੜੀ ਕਮੇਟੀ ਬਣੀ ਹੈ ਚੀਫ ਸੈਕਟਰੀ ਦੀ, ਤੇ ਉਹਨਾਂ ਨੇ ਐਸਓਪੀਜ਼ ਨੂੰ ਕਿਹਾ ਦੁਬਾਰਾ ਵੀ ਇਹ ਦੇਖੋ, ਉਹਦੇ ਵਿੱਚ ਕਿਤੇ ਨਾ ਕਿਤੇ ਰੈਲੇਵੈਂਟ ਲੱਗਦੀ ਹੈ। ਕਿਉਂਕਿ ਦੇਖੋ ਇਹਦੇ 'ਚ ਕਈ ਮਸਾਲਾ ਹੈਗੀਆਂ ਨੇ, ਜਿਵੇਂ ਆਪਣੇ ਪ੍ਰੈਜ਼ੈਂਟ ਚੀਫ ਸੈਕਟਰੀ ਨੇ, ਇਹਨਾਂ ਨੂੰ ਤੇ ਵੀ ਰੇਡ ਹੋਈ, ਅਰੈਸਟ ਹੋ ਗਏ ਸੀ, ਤੇ ਫਿਰ ਬੜੇ ਸਾਲਾਂ ਬਾਅਦ ਪ੍ਰੋਸੀਕਿਊਸ਼ਨ ਸੈਕਸ਼ਨ ਨਹੀਂ ਮਿਲੀ, ਪਰ ਅਫਸਰ ਦਾ ਜਲੂਸ ਤਾਂ ਨਿਕਲ ਗਿਆ। ਫਿਰ ਆਪਣੇ ਆਈਐਸ ਅਫਸਰ ਵਿਕਾਸ ਗਰਗ ਸੀ, ਉਹ ਵੀ 6 ਮਹੀਨੇ ਅੰਦਰ ਲਾਏ, ਉਸ ਤੋਂ ਬਾਅਦ ਉਹਦੀ ਪ੍ਰੋਸੀਕਿਊਸ਼ਨ ਸੈਕਸ਼ਨ ਨਹੀਂ ਦਿੱਤੀ ਗਈ। ਤਾਂ ਗੱਲ ਇਹ ਹੈਗੀ ਹੈ ਕਿ ਦੇਖੋ ਅਫਸਰ ਇਹਨਾਂ ਦੇ ਹੈ, ਸਰਕਾਰ ਇਹਨਾਂ ਦੀ ਹੈ, ਜਿਹੜੀ ਮਨਜ਼ੂਰੀ ਪਹਿਲਾਂ ਦੇਣੀ ਉਹ ਵੀ ਇਹਨਾਂ ਨੇ ਦੇਣੀ ਹੈ, ਜਿਹੜੀ ਬਾਅਦ ਚ ਦੇਣੀ ਹੈ ਉਹ ਵੀ ਇਹਨਾਂ ਨੇ ਦੇਣੀ ਹੈ। ਤੇ ਕੁਝ 3-4 ਜਗ੍ਹਾ ਇਹੋ ਜਿਹੀਆਂ ਹੈਗੀਆਂ ਨੇ, ਜਿਵੇਂ ਕੋਈ ਰੱਗੇ ਹੱਥੀਂ ਫੜਿਆ ਜਾਵੇ ਜਾਂ ਕੋਈ ਇਸ ਤਰ੍ਹਾਂ ਦੇ ਹੈਗੇ ਨੇ, ਉਹ 'ਚ ਗਵਰਨਮੈਂਟ ਆਫ ਇੰਡੀਆ ਨੇ ਵੀ ਸਖਤ ਦਿੱਤੀਆਂ ਨੇ, ਆਨਰੇਬਲ ਸੁਪਰੀਮ ਕੋਰਟ ਦੀ ਵੀ ਜੱਜਮੈਂਟਸ ਹੈਗੀਆਂ ਨੇ, ਹਾਈ ਕੋਰਟ ਦੀਆਂ ਵੀ ਹੈਗੀਆਂ ਨੇ ਵੀ ਉਹਨਾਂ ਦੇ ਵਿੱਚ 17A ਦੀ ਜਿਹੜੀ ਮਨਜ਼ੂਰੀ ਹੈ ਨਹੀਂ ਚਾਹੀਦੀ। ਪਰ ਜੇ ਕੋਈ ਬੰਦਾ ਇਹ ਇਤਰਾਜ਼ ਕਰਦਾ ਹੈ ਵੀ ਸਾਨੂੰ ਇਹ ਭਾਈ ਤੁਸੀਂ ਦੇਖ ਲਓ, ਤੇ ਉਹ ਦੇਖਣ ਦੇ ਵਿੱਚ ਮਿਸਲਾ ਹੈ। ਮੇਰੀ ਮੰਨਤਾ ਇਹ ਹੈਗੀ ਵੀ ਇਹ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ, ਤੇ ਜਿਹੜਾ ਇੰਨਾ ਵਖਰੇਵਾਂ ਪੈਦਾ ਹੋ ਗਿਆ। ਉਹ ਤਾਂ ਸੀਐਮ ਸਾਹਿਬ ਨੇ ਕਹਿ ਹੀ ਦਿੱਤਾ ਸੀ ਜੀ 9 ਤਰੀਕ ਦੀ ਮੀਟਿੰਗ 'ਚ, ਚੰਨੀ ਸਾਹਿਬ, ਉਹ ਤਾਂ ਕਹਿ ਹੀ ਦਿੱਤਾ ਸੀ ਸੀਐਮ ਸਾਹਿਬ ਨੇ। ਕੀ ਤੁਸੀਂ ਸਮਝਦੇ ਹੋ ਕਿ ਉਸ ਤੋਂ ਬਾਅਦ ਫਿਰ ਸਮੂਹਿਕ ਛੁੱਟੀ ਤੇ ਜਾਣਾ ਬਣਦਾ ਸੀ? ਨਹੀਂ, ਉਹ ਦੇਖੋ ਇਹ ਤਾਂ ਤਾਲਮੇਲ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਅੱਜ ਜਿਹੜਾ ਮੁਖੀ ਹੈ, 1 ਨੰਬਰ ਮੁਖੀ ਹੈ ਸਰਦਾਰ ਭਗਵੰਤ ਸਿੰਘ ਮਾਨ, ਬੀਇੰਗ ਚੀਫ ਮਿਨਿਸਟਰ, ਫਿਰ ਚੀਫ ਸੈਕਟਰੀ ਹੈ। ਤਾਂ ਇਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਉਸੇ ਦਿਨ ਹੀ ਇਹ ਕੰਮ ਜਾਂ ਤਾਂ ਮੁਕਾ ਦਿੰਦੇ, ਤੇ ਜਾਂ ਉਹਨਾਂ ਨਾਲ ਜਿਹੜੀ ਗੱਲ ਕਰਕੇ ਸਾਰੀ ਸਿਰੇ ਲਾ ਦਿੰਦੇ, ਤਾਂ ਕਿ ਇਹ ਗੱਲ ਵਿੱਚ ਨਾ ਰਹਿੰਦੀ। ਤੇ ਜਿਹੜੀ ਅੱਜ ਕਮੇਟੀ ਬਣੀ ਹੈ ਤੇ ਉਹਨੇ ਕਿਹਾ ਵੀ ਆਹ ਚੀਜ਼ਾਂ ਦੇਖੀਆਂ ਜਾਣਗੀਆਂ, ਚੀਫ ਸੈਕਟਰੀ ਨੇ ਅੱਜ ਕਮੇਟੀ ਬਣਾਈ ਹੈ ਨਾ, ਉਹਦੇ ਮੁਤਾਬਕ ਜਿਹੜਾ ਫੈਸਲਾ ਫਿਰ ਵਿਡਰਾਅ ਹੋਈ ਜਿਹੜੀ ਇਹ ਕਾਲ। ਤੁਸੀਂ ਵੀ ਦੇਖੋ ਵੱਡੇ ਅਹੁਦਿਆਂ ਤੇ ਰਹੇ ਹੋ, ਜੇ ਤੁਹਾਨੂੰ ਕੋਈ ਆ ਕੇ ਉਸ ਵੇਲੇ ਮਿਲਦਾ ਸੀ ਕਿ ਤੁਸੀਂ ਇਸ ਦੀ ਜਾਂਚ ਕਰਵਾਓ, ਤਾਂ ਉਹਦੇ ਤੇ ਸਮਾਂ ਤੇ ਲੱਗਦਾ ਹੈ, ਉਹ ਇੱਕ ਦਿਨ ਦੇ ਵਿੱਚ ਤੇ ਨਹੀਂ ਹੁੰਦਾ ਸਭ ਕੁਝ। ਨਹੀਂ, ਤੁਸੀਂ ਮੇਰੀ ਗੱਲ, ਮੈਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਇਹ ਇਤਰਾਜ਼ ਸੀਗਾ ਵੀ ਜਿਹੜੀ ਪ੍ਰੀਵੀਅਸ ਜਿਹੜੀ 17A ਦੀ ਜਿਹੜੀ ਹੈਗੀ ਹੈ ਮਨਜ਼ੂਰੀ, ਉਹ ਪਹਿਲਾਂ ਲੈਣੀ ਚਾਹੀਦੀ ਸੀ। ਇਹਨਾਂ ਨੂੰ ਉਹ ਕਨਵਿੰਸ ਕਰ ਦੇਣਾ ਚਾਹੀਦਾ ਸੀ ਵੀ ਇਸ ਕੇਸ ਦੇ ਵਿੱਚ 17A ਦੀ ਮਨਜ਼ੂਰੀ ਨਹੀਂ ਲੈਣੀ ਬਣਦੀ, ਐਜ਼ ਪਰ ਦੀ ਜਜਮੈਂਟਸ ਆਫ ਦੀ ਆਨਰੇਬਲ ਸੁਪਰੀਮ ਕੋਰਟ, ਤੇ ਗੱਲ ਖਤਮ ਹੋ ਜਾਂਦੀ। ਠੀਕ ਹੈ, ਮੈਂ ਇਹ ਕਹਿੰਦਾ ਕਿ ਜਿਹੜੀ ਗੱਲ ਅਸਲੀ ਮੈਂ ਕਹਿਣੀ ਚਾਹੁੰਦਾ ਉਹ ਹੈਗਾ ਕਿ ਜਿਹੜੇ ਹੱਥ ਪੈਰ ਨੱਕ ਕੰਨਾਂ ਅੱਖ ਹੁੰਦੇ ਨੇ, ਉਹ ਬਿਊਰੋਕ੍ਰੇਸੀ ਹੁੰਦੀ ਸਰਕਾਰ ਦੀ। ਸੀਐਮ ਸਾਹਿਬ ਤਾਂ ਨਹੀਂ ਜਾਂਦੇ ਹਰ ਜਗ੍ਹਾ, ਜਿਹੜੀ ਹਰੇਕ ਜਿਹੜੀ ਪਾਲਿਸੀ ਆ ਉਹ ਤਾਂ ਤੁਹਾਡੀ ਜਿਹੜੇ ਅਫਸਰ ਆ ਉਹ ਇੰਪਲੀਮੈਂਟ ਕਰਦੇ ਨੇ, ਲੋਕਾਂ ਨੂੰ ਉਹ ਸੁਣਦੇ ਨੇ। ਹੁਣ ਆਪਾਂ ਜਿਵੇਂ ਕਹੀ ਜਾਈਏ ਵੀ ਜੀ ਜਿਹੜਾ ਪੁਲਿਸ ਅਫਸਰ ਚੀਫ ਹੈ ਬਹੁਤ ਵਧੀਆ, ਪਰ ਜਿਹੜਾ ਸੜਕ ਤੇ ਆ ਉਹ ਤਾਂ ਕਾਂਸਟੇਬਲ ਉਹਨੂੰ ਮੀਟ ਕਰਦਾ ਨਾ ਜੀ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਇੱਕ ਟੀਮ ਬਣੀ ਹੈਗੀ ਆ, ਇਹਦੇ ਵਿੱਚ ਜੇ ਤਰੇੜ ਅਵੋਇਡ ਹੋ ਸਕਦੀ ਸੀ ਤਾਂ ਇਹ ਕਰ ਲੈਣੀ ਚਾਹੀਦੀ ਸੀ, ਕਿਉਂਕਿ ਇਹਦੇ ਨਾਲ ਕੀ ਹੋਏਗਾ ਕਿ ਇੱਕ ਤਰ੍ਹਾਂ ਦਾ ਮਿਸਟਰਸਟ, ਜਿਵੇਂ ਆਪਾਂ ਕਹਿੰਦੇ ਵੀ ਜ਼ਖਮ ਤਾਂ ਭਰ ਜਾਂਦਾ, ਤਰੇੜ ਨਹੀਂ ਭਰਦੀ। ਤਾਂ ਉਹ ਚੀਜ਼ ਅਵੋਇਡੇਬਲ ਸੀਗੀ। ਉਹ ਚਲੋ ਹੁਣ ਇਹਨਾਂ ਨੇ ਤੱਗਾ ਕੀਤਾ ਸੀਐਮ ਸਾਹਿਬ ਨੇ ਕਿ ਉਹ ਆਪਣਾ ਜਿਹੜਾ ਸਖਤ ਆਰਡਰ ਕੀਤੇ ਨੇ, ਉਹਦੇ ਨਾਲ ਉਹ ਵਾਪਸ ਵੀ ਚਲੇ ਗਏ ਨੇ। ਪਰ ਇਹ ਚੀਜ਼ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਜਿਹੜਾ ਟਰਸਟ ਹੈਗਾ, ਜਿਹੜਾ ਮਿਊਚੁਅਲ ਟਰਸਟ ਹੈਗਾ, ਉਹਨੂੰ ਬਰਕਰਾਰ ਰੱਖਣਾ ਹੋਵੇ। ਹੁਣ ਅੱਜ ਈਵਨ ਬੀਜੇਪੀ ਨੇ ਤਾਂ ਥਾਂ ਧਰਨੇ ਪ੍ਰਦਰਸ਼ਨ ਕੀਤੇ ਵੀ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਇਹ ਅਵੋਇਡੇਬਲ ਚੀਜ਼ ਸੀਗੀ। ਮੇਰਾ ਕਹਿਣ ਦਾ ਮਤਲਬ ਇਹ ਹੈਗਾ। ਤੇ ਇੱਕ ਹੋਰ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਜਿਹੜੇ ਪੈਰਾਮੀਟਰ ਨੇ, ਹੁਣ ਇਹ ਬਹੁਤ ਚੰਗਾ ਲੱਗਦਾ ਕਿ ਸੁਣਨ ਨੂੰ ਵੀ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ, ਠੀਕ ਹੈ, ਬਹੁਤ ਅੱਛੀ ਗੱਲ ਹੈ। ਪਰ ਕੀ ਇਸ ਗੱਲ ਦੇ ਉੱਪਰ ਇਹ ਸਰਕਾਰ ਆਪ ਦੀ ਉਤਰ ਰਹੀ ਹੈ? ਹੁਣ ਤੁਸੀਂ ਇਹ ਦੇਖੋ, ਵਿਜੇ ਸਿੰਘਲਾ ਨੂੰ ਫੜ ਲਿਆ, ਉਹਦਾ ਐਵੀਡੈਂਸ ਵੀ ਭਗਵੰਤ ਮਾਨ ਜੀ ਕੋਲ ਹੈ, ਉਹ ਅੱਜ ਤੱਕ ਨਸ਼ਰ ਨਹੀਂ ਹੋਇਆ। ਉਹਨੂੰ ਉਹ ਚਾਰਜ ਸ਼ੀਟ ਪੇਸ਼ ਨਹੀਂ ਕੀਤੀ, ਉਹਨੂੰ ਜ਼ਮਾਨਤ ਦਿਲਾਤੀ। ਉਹ ਹਰੇਕ ਮੀਟਿੰਗ ਦੇ ਵਿੱਚ ਹਿੱਸਾ ਹੈ। ਉਹ ਕਹਿੰਦਾ ਮੇਰੇ ਤੇ ਖਿਲਾਫ ਕੋਈ ਕੁਝ ਕੱਢ ਦੋ, ਮੈਂ ਸਾਰੀ ਦੁਨੀਆ ਨੂੰ ਚੈਲੰਜ ਕਰਦਾ। ਫਿਰ ਸਰਾਰੀ ਸਾਹਿਬ ਵੀ 4 ਮਹੀਨੇ ਲਟਕੇ ਰਹੇ, ਉਹਨਾਂ ਦੀ ਵੀ ਆਡੀਓ ਜਿਹੜੀ ਸੀ ਉਹ ਵਾਇਰਲ ਹੋਈ। ਉਹਨੂੰ ਇਹ ਕਹਿੰਦੇ ਵੀ ਸਾਡੀ ਪਾਰਟੀ ਜਿਹੜੀ ਹੈਗਾ ਉਹ ਨੋਟਿਸ ਦੇ ਕੇ ਜਵਾਬ ਲਊਗੀ ਕਿ ਜਿਹੜੇ ਇਹੋ ਜਿਹੇ ਕਰਪਸ਼ਨ ਰਿਲੇਟਡ ਮੈਟਰਸ ਨੇ ਉਹਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਨੂੰ ਪਿਆਰ ਹੈਗਾ। ਠੀਕ ਹੈ, ਉਹ ਵੀ ਕੰਮ ਵਿਜੀਲੈਂਸ ਦਾ ਸੀਗਾ, ਉਹ ਵੀ ਕੰਮ ਪੁਲਿਸ ਦਾ ਸੀਗਾ। ਇਹਨਾਂ ਨੇ ਉਹ ਮਤਲਬ ਜਿਹੜੇ ਦੋਹਰੇ ਸਟੈਂਡਰਡ ਨੇ ਨਾ, ਉਹਨਾਂ ਤੋਂ ਲੋਕਾਂ ਨੂੰ ਜ਼ਰੂਰ ਮਾਯੂਸੀ ਹੁੰਦੀ ਹੈ। ਗਰਗ ਸਾਹਿਬ ਨੋਟ ਕਰ ਲਓ, ਮੈਂ ਤੁਹਾਡੇ ਕੋਲੇ ਜਵਾਬ ਲੈਣ ਆਉਂਗਾ। ਮੈਂ ਗੋਲਡੀ ਜੀ ਬੈਠੇ ਆ ਔਰ ਜਸਵਿੰਦਰ ਜੀ ਬੈਠੇ, ਇੱਕ ਕਮੈਂਟ ਲੈ ਲਾਂ। ਵਿਨਰਜੀਤ ਗੋਲਡੀ, ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ, ਜਾਂ ਜੋ ਗੱਲ ਚੰਨੀ ਸਾਹਿਬ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਰਹੇ ਨੇ? ਬਿਲਕੁਲ ਬਰਾੜ ਸਾਹਿਬ, ਪਹਿਲੀ ਗੱਲ ਤਾਂ ਇਹ ਕਿ ਅਕਾਲੀ ਦਲ ਕਦੇ ਵੀ ਇਹੋ ਜਿਹੀ ਗੱਲ ਦੀ ਹਮਾਇਤ ਨਹੀਂ ਕਰਦਾ ਕਿ ਜਿੱਥੇ ਕਰਪਸ਼ਨ ਦੀ ਗੱਲ ਹੋਵੇ ਜਾਂ ਕਰਪਸ਼ਨ ਕਿਸੇ ਨੇ ਕੀਤੀ ਹੋਵੇ। ਪਰ ਇੱਥੇ ਸਵਾਲ ਬੜੇ ਉੱਠਦੇ ਨੇ, ਕਿਉਂਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਰਕਾਰ ਜਿਹੜੀ ਹੈ ਯੂ ਟਰਨ ਦੀ ਸਰਕਾਰ ਹੈ। ਇਹ ਇੱਕ ਮੁੱਦੇ ਬਣਾਉਣ ਵਾਲੀ ਸਰਕਾਰ ਹੈ, ਮੁੱਦੇ ਹੱਲ ਕਰਨ ਵਾਲੀ ਸਰਕਾਰ ਨਹੀਂ ਹੈ। ਇਹਨਾਂ ਨੇ ਮੇਰੇ ਤੋਂ ਪਹਿਲਾਂ ਚੰਨੀ ਸਾਹਿਬ ਦੀ ਗੱਲ ਨੂੰ ਵੱਡੀ ਕਰਦਾ ਕਿ ਜਿਹੜੀਆਂ SOPs ਦੀ ਗੱਲ ਕੀਤੀ,
ਜਾਂ ਇਹਨਾਂ ਵਿਜੇ ਸਿੰਗਲੇ ਦੀ ਗੱਲ ਕੀਤੀ ਜਾਂ ਸਰਾਰੀ ਸਾਹਿਬ ਦੀ ਗੱਲ ਕੀਤੀ, ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿ ਸਰਕਾਰ ਨੂੰ ਪਹਿਲਾਂ ਪਤਾ ਨਹੀਂ ਹੈਗਾ ਕਿ ਕੀ ਨੇ। ਜੇ ਅੱਜ ਵਿਜੇ ਸਿੰਗਲਾ ਇਹਨਾਂ ਦੀ ਮੀਟਿੰਗਾਂ 'ਚ ਪੈਂਦਾ, ਸਰਾਰੀ ਤੇ ਤਾਂ ਕਹਿੰਦੇ ਨੇ ਅਸੀਂ ਜਿਹੜੀ ਆ ਉਹਦੀ ਇਨਕੁਆਇਰੀ ਕਰਾ ਕੇ ਪਰਚਾ ਕਰਾਂਗੇ, ਤੇ ਇਸ ਵੀ ਆਰਟੀਏ ਤੋਂ ਕਿ ਡਾਇਰੈਕਟ ਉਹਨਾਂ ਤੋਂ ਪੈਸੇ ਫੜੇ ਗਏ, ਇਹ ਵੀ ਤਾਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਕਿਹਾ ਕਿ ਇਸ ਤਾਂ ਜੀ ਕਿਸੇ ਦੇ ਥਰੂ ਬੰਦੇ ਦੇ ਚੈਨਲ ਤੇ ਚੱਲਿਆ ਇਹ ਕੰਮ। ਮੈਂ ਇੰਨਾ ਪੁੱਛਣਾ ਚਾਹਣਾ, ਗਰਗ ਸਾਹਿਬ ਬੈਠੇ ਨੇ, ਇਹ ਤਾਂ ਭਗਵੰਤ ਮਾਨ ਦਾ ਝੂਠਾ ਖਾ ਕੇ ਨਾ ਲੱਗ ਜਾਂਦੇ ਨੇ ਵੀ ਭਗਵੰਤ ਮਾਨ ਐ ਕਰਦਾ। ਮੈਨੂੰ ਇਹੋ ਜਿਹਾ ਇੱਕ ਚੀਜ਼ ਦੱਸ ਦਿਓ, ਬਲੈਕਮੇਲਿੰਗ ਵਾਲੀ ਅੱਜ ਸਮੂਹ ਛੁੱਟੀ ਦੇ ਗਏ, ਕਿੰਨੇ ਲੋਕ ਖੱਜਲ ਖੁਆਰ ਹੋਏ। ਫਿਰ ਅੱਜ ਦੀ ਇੱਕ ਅਖਬਾਰ ਦੇ ਵਿੱਚ ਹੈਡਲਾਈਨ ਲੱਗੀ ਹੋਈ ਹੈ, ਉਸ ਹੈਡਲਾਈਨ 'ਚ ਲਿਖਿਆ ਗਿਆ ਹੈ ਕਿ ਮੀਟਿੰਗ ਦੇ ਵਿੱਚ ਨੀਲਿਮਾ ਜਿਹੜੀ ਆਪਣੇ ਆਈਐਸ ਫੜੀ ਸੀ, ਉਹਦੇ ਕੇਸ 'ਚ ਸੀਐਮ ਨੂੰ ਜਦੋਂ ਕਿਸੇ ਆਈਐਸ ਨੇ ਬਰੀਫ ਕੀਤਾ ਤਾਂ ਜਿਹੜਾ ਸੀਐਮ ਸਾਹਿਬ ਸੀ ਉਹ ਕਹਿੰਦੇ ਮੈਨੂੰ ਤਾਂ ਇਸ ਕੇਸ ਬਾਰੇ ਪਤਾ ਹੀ ਨਹੀਂ। ਦੂਜੀ ਗੱਲ ਹੋਈ ਕਿ ਉਸੇ ਆਈਐਸ ਨੇ ਕਿਹਾ ਕਿ ਤੁਹਾਡੇ ਮੰਤਰੀ ਨੇ 20 ਲੱਖ ਰੁਪਇਆ ਜਿਹੜਾ ਸਾਡੇ ਤੋਂ ਤੁਸੀਂ ਜਿਹੜੀ ਗੁਜਰਾਤ ਇਲੈਕਸ਼ਨ ਵਾਸਤੇ ਇਕੱਠਾ ਨਹੀਂ ਕੀਤਾ। ਇਹ ਅਖਬਾਰ ਦੀ ਕਟਿੰਗ ਹੈ, ਹੈਡਲਾਈਨ ਹੈ ਅੱਜ ਦੀ। ਕੀ ਇਹ ਜਿਹੀਆਂ ਗੱਲਾਂ ਤੇ ਜਿਹੜਾ ਭਗਵੰਤ ਮਾਨ ਸਰਕਾਰ ਸੋਚਦਾ, ਇਹ ਗੱਲ ਜਿਹੜੀ ਹੈ ਇੱਕ ਪਲੈਨਿੰਗ ਦੇ ਤਹਿਤ ਅੱਜ ਕੀ ਹੈ, ਮੀਟਿੰਗ ਦਾ ਦੌਰ ਜਿਹੜੀ ਆ ਉਹ ਪਹਿਲਾਂ ਵੀ ਹੋ ਸਕਦਾ ਸੀ, ਇਹ ਸਮੂਹਿਕ ਛੁੱਟੀ ਤੇ ਜਾਣ ਦੀ ਗੱਲ ਨਹੀਂ ਬਣਨੀ ਸੀ, ਪਰ ਕੀ ਹੈ ਇਹ ਉਹਨੂੰ ਪਹਿਲਾਂ ਮੁੱਦੇ ਨੂੰ ਵੱਡਾ ਕਰਦੇ ਨੇ। ਨਹੀਂ, ਮੀਟਿੰਗ ਪਹਿਲਾਂ ਹੋਈ ਸੀ ਗੋਲਡੀ ਜੀ, ਮੀਟਿੰਗ 9 ਤਰੀਕ ਨੂੰ ਹੋਈ ਸੀ ਸੀਐਮ ਸਾਹਿਬ ਦੇ ਨਾਲ। ਸੀਐਮ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਾਂਚ ਕਰਾਉਣੀ ਹੈ, ਉਹਨਾਂ ਨੇ ਰਿਪੋਰਟ ਵੀ ਮੰਗੀ ਸੀ ਚੀਫ ਸੈਕਟਰੀ ਤੋਂ, ਪਰ ਉਸ ਦੇ ਬਾਵਜੂਦ ਕਾਲ ਦਿੱਤੀ ਗਈ ਸਮੂਹਿਕ ਛੁੱਟੀ ਦੀ, ਔਰ ਗੱਲ ਆ ਗਈ ਜਨਤਾ ਦੀ ਪਰੇਸ਼ਾਨੀ ਤੇ। ਕਿਸ ਅਫਸਰ ਤੇ ਕੀ ਇਲਜ਼ਾਮ ਲੱਗੇ ਨੇ, ਕਿਸ ਅਫਸਰ ਤੋਂ ਕੀ ਫੜਿਆ ਗਿਆ, ਵਿਜੀਲੈਂਸ ਕੀ ਕਾਰਵਾਈ ਕਰ ਰਹੀ ਹੈ, ਇਹ ਸੈਪਰੇਟ ਇਸ਼ੂ ਨੇ ਬਿਟਵੀਨ ਸਰਕਾਰ ਜਾਂ ਬਿਟਵੀਨ ਵਿਜੀਲੈਂਸ ਔਰ ਬਿਟਵੀਨ ਆਫੀਸਰਸ। ਪਰ ਸਭ ਤੋਂ ਵੱਡੀ ਗੱਲ ਕੀ ਤੁਸੀਂ ਨਹੀਂ ਸਮਝਦੇ ਵੀ ਆਮ ਜਨਤਾ ਦੀ ਜਿਹੜੀ ਪਰੇਸ਼ਾਨੀ ਹੈ ਉਸਦੀ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਰਾੜ ਸਾਹਿਬ, ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ, ਅੱਜ ਦੇਖੋ ਕੋਈ ਆਈਐਸ ਕੋਈ ਪੀਸੀਐਸ ਜਿੰਨੇ ਵੀ ਨੇ, ਦੇਖੋ ਕੋਈ ਕਰਪਸ਼ਨ ਕਰਦਾ ਹੈ। ਅੱਜ ਦੇ ਟਾਈਮ 'ਚ ਡੈਮੋਕ੍ਰੇਸੀ ਦਾ ਸਿਸਟਮ ਹੈ। ਅੱਜ ਜਿੱਥੇ ਅਫਸਰ ਜ਼ਿੰਮੇਵਾਰ ਨੇ, ਜੇ ਲੀਡਰ ਜ਼ਿੰਮੇਵਾਰ ਹੈ, ਅੱਜ ਹਰ ਬੰਦਾ ਕਹਿੰਦਾ ਲੀਡਰ ਕਰਪਸ਼ਨ ਕਰਦਾ ਹੈ, ਇਹ 'ਚ ਕੋਈ ਡਾਊਟ ਨਹੀਂ ਕਿ ਅਫਸਰ ਵੀ ਉਹਦੇ 'ਚ ਬਾਕਾਇਦਾ ਜ਼ਿੰਮੇਵਾਰ ਨੇ ਇਸ ਚੀਜ਼ ਦੇ। ਪਰੰਤੂ ਗੱਲ ਇੱਥੇ ਮੁੱਕਦੀ ਕਿੱਥੇ ਆ ਕਿ 9 ਤਰੀਕ ਨੂੰ ਮੀਟਿੰਗ ਕਰ ਲਈ, ਮੀਟਿੰਗ ਦਾ ਹੱਲ ਕੀ ਕੀਤਾ? ਮੁੱਖ ਮੰਤਰੀ ਮੀਟਿੰਗ ਕਰ ਰਹੇ ਤਾਂ ਹੱਲ ਕਿਉਂ ਨਹੀਂ ਕਰ ਰਹੇ? ਦੂਜੀ ਗੱਲ, ਜਦੋਂ ਇਹਨਾਂ ਨੇ ਕੀ ਕੀਤਾ ਕਿ ਅਸੀਂ ਇਹਨੂੰ ਫਿਰ ਮੁੱਦਾ ਉਛਾਲੀਏ, ਵੱਡਾ ਬਣੂਗਾ, ਮੁੱਦੇ ਦੇ ਵਿੱਚ ਕਰਨਾ ਆਹੀ ਕੁਛ ਸੀ ਕਿ ਇਹ ਉਦੀ ਮੀਟਿੰਗ 'ਚ ਕਰ ਦਿੰਦੇ, ਐਡੀ ਦੂਰ ਗੱਲ ਹੀ ਨਹੀਂ ਜਾਣੀ ਸੀ। ਮਸਲਾ ਕੀ ਹੈ ਕਿ ਉਹਨੂੰ ਪੰਜਾਬ ਲੈਵਲ ਤੇ ਉਭਾਰਿਆ, ਫਿਰ ਇੱਕ ਚਿੱਠੀ ਕੱਢੀ, ਫਿਰ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਫਿਰ ਉਹਨਾਂ ਨੂੰ ਬੁਲਾ ਕੇ ਫਿਰ ਬਿਠਾ ਕੇ ਗੱਲ ਕਹੀ ਕਿ ਨਹੀਂ ਜੀ ਆਹ ਚੀਜ਼ ਅਸੀਂ ਜਿਹੜੀ ਐਸਓਪੀ ਦੀ ਅੱਜ ਗੱਲ ਕਰਦੇ ਹੋ, ਜੇ ਉੱਤੇ ਕਰ ਲੈਂਦੇ ਕੰਮ ਹੀ ਮੁੱਕ ਜਾਂਦਾ। ਗੱਲ ਇਹ ਹੈ ਕਿ ਇੱਕ ਬੈਲੂਨ ਬਣਾਇਆ ਜਾਂਦਾ ਹੈ। ਜਸਵਿੰਦਰ ਜੀ, ਠੀਕ ਹੈ ਜਸਵਿੰਦਰ ਜੀ, ਤੁਹਾਡਾ ਪ੍ਰਤੀਕਰਮ, ਫਿਰ ਮੈਂ ਗਰਗ ਸਾਹਿਬ ਤੋਂ ਜਵਾਬ ਲੈਣੇ, ਇਕੱਠੇ ਬਹੁਤ ਸਾਰੇ ਹੋ ਗਏ। ਵਿਜੇਪਾਲ ਜੀ, ਸਾਡਾ ਜਿਹੜਾ ਲੋਕਤੰਤਰ ਹੈ ਇਹਦੇ 3 ਥੰਮ ਹੈ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਚੌਥਾ ਥੰਮ ਸਾਡਾ ਮੀਡੀਆ ਦਾ ਹੈ, ਜਿਹਨੇ ਇਹ ਸਾਰੇ ਸਾਡੇ ਥੰਮਾਂ ਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਣਾ ਹੁੰਦਾ ਹੈ। ਔਰ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਉਹ ਸਾਡੀ ਜਿਹੜੀ ਵਿਧਾਨ ਪਾਲਿਕਾ ਹੈ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਸਭ ਤੋਂ ਮਹੱਤਵਪੂਰਨ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ, ਕਿਉਂਕਿ ਲੋਕ ਪੱਕੀ ਫੈਸਲੇ ਉਸ ਸਰਕਾਰ ਨੇ ਲੈਣੇ ਹੁੰਦੇ ਆ। ਔਰ ਜੇ ਕਿਤੇ ਜਿਸ ਤਰ੍ਹਾਂ ਹੁਣ ਆਪਾਂ ਚਰਚਾ ਕਰ ਰਹੇ ਹਾਂ ਕਿ ਟਕਰਾਅ ਪੈਦਾ ਹੋਇਆ ਪੀਸੀਐਸ ਆਫੀਸਰਾਂ ਦੇ ਵਿੱਚ, ਆਈਐਸ ਆਫੀਸਰਸ ਤੇ ਸਾਡੀ ਵਿਜੀਲੈਂਸ ਦੇ ਵਿੱਚ, ਉਸ ਟਕਰਾਅ ਦੇ ਵਿੱਚ ਕਿਉਂਕਿ ਜਿਹੜੀ ਸਰਕਾਰ ਹੈ ਸਾਡੀ ਲੋਕਾਂ ਦੀ ਚੁਣੀ ਹੋਈ, ਉਹ ਮਾਈ ਬਾਪ ਹੁੰਦੀ ਹੈ। ਔਰ ਉਹ ਮਾਈ ਬਾਪ ਸਾਡੇ ਆਫੀਸਰ ਸਾਹਿਬਾਨ ਦੀ ਵੀ ਹੈ, ਆਮ ਲੋਕਾਂ ਦੀ ਵੀ ਹੈ ਤੇ ਵਿਜੀਲੈਂਸ ਦੀ ਵੀ ਹੈ। ਉਹਨਾਂ ਨੇ ਬੈਠ ਕੇ ਇਹ ਫੈਸਲੇ ਕਰਨੇ ਹੁੰਦੇ ਆ। ਔਰ ਇਹ ਜਿਹੜੀ ਸਰਕਾਰ ਸਹੀ ਢੰਗ ਨਾਲ ਚੱਲ ਨਹੀਂ ਰਹੀ, ਲੋਕਤੰਤਰ ਸਾਰੇ ਜਿਹੜੇ ਇਹਦੇ ਤਾਲਮੇਲ ਬਹੁਤ ਘੱਟ ਹੈ, ਤਾਲਮੇਲ ਦੀ ਬਹੁਤ ਘਾਟ ਹੈ। ਔਰ ਇਸ ਕਰਕੇ ਇਹ ਸਰਕਾਰ ਸਹੀ ਢੰਗ ਨਾਲ ਚੱਲ ਨਹੀਂ ਰਹੀ। 9 ਸਾਲਾਂ ਦੇ ਵਿੱਚ 9 ਮਹੀਨਿਆਂ ਦੇ ਵਿੱਚ ਜਿਹੜੀ ਇਹ ਸਰਕਾਰ ਹੈ, ਸਭ ਤੋਂ ਜ਼ਿਆਦਾ ਸਫ਼ਰ ਜਿਹੜਾ ਕੀਤਾ ਉਹ ਆਮ ਲੋਕਾਂ ਨੇ ਕੀਤਾ ਹੈ, ਕਿਉਂਕਿ ਤਾਲਮੇਲ ਦੀ ਘਾਟ ਹੈ। ਅੱਜ ਤਾਂ ਆਪਾਂ ਚਰਚਾ ਇਕੱਲੇ ਪੀਸੀਐਸ ਆਫੀਸਰ ਤੇ ਆਈਏਐਸ ਆਫੀਸਰ ਦੇ ਕਰ ਰਹੇ ਹਾਂ, ਪਰ ਇਸ ਤੋਂ ਪਹਿਲਾਂ ਸਾਡੇ ਜਿਹੜੇ ਪੰਚਾਇਤ ਸਰਕਾਰ ਦੀ ਸਖਤੀ ਦੀ ਵੀ ਕਰ ਰਹੇ ਹਾਂ। ਆਪਾਂ ਜਸਵਿੰਦਰ ਜੀ ਚਰਚਾ ਮੁੱਖ ਮੰਤਰੀ ਵੱਲੋਂ ਕੀਤੀ ਸਖਤੀ ਦੀ ਵੀ ਕਰ ਰਹੇ ਹਾਂ, ਮੁੱਖ ਮੰਤਰੀ ਵੱਲੋਂ ਦਿੱਤੇ ਸੰਦੇਸ਼ ਦੀ ਵੀ ਕਰ ਰਹੇ ਹਾਂ, ਔਰ ਆਪਾਂ ਚਰਚਾ ਇਹ ਵੀ ਕਰ ਰਹੇ ਹਾਂ ਕਿ ਆਮ ਲੋਕਾਂ ਦੀ ਜਿਹੜੀ ਸਹੂਲੀਅਤ ਹੈ, ਕੀ ਉਸ ਨੂੰ ਸਭ ਤੋਂ ਮੂਹਰੇ ਰੱਖਣਾ ਜ਼ਰੂਰੀ ਨਹੀਂ? ਆਮ ਲੋਕਾਂ ਦੀ ਸਹੂਲਤ ਦੀ ਆਪਾਂ ਗੱਲ ਕਰ ਰਹੇ ਹਾਂ ਜੀ। ਦੇਖੋ, ਇਹ ਹੈ ਕਿ ਸਰਕਾਰ ਚਲਾਉਣੀ ਹੈ ਪੂਰੀ, ਇਹ ਨਹੀਂ ਕਿ ਅਸੀਂ ਇਕੱਲਾ ਜਿਹੜਾ ਭ੍ਰਿਸ਼ਟਾਚਾਰ ਰੋਕਣ ਤੇ ਜ਼ੋਰ ਦੇ ਦਈਏ ਤੇ ਬਾਕੀ ਲੋਕਾਂ ਨੂੰ ਅਸੀਂ ਮਾਰ ਦਈਏ। ਫੇਰ ਕੀ ਕਰਨਾ ਇਹੋ ਜੀ ਸਰਕਾਰ ਨੂੰ? ਕੱਲੀ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਕੰਮ ਕਰੀ ਜਾਈਏ ਤੇ ਲੋਕੀ ਆ ਕੇ ਸਾਨੂੰ ਮਾਰੀ ਜਾਣ, ਲੁੱਟੀ ਜਾਣ, ਆਮ ਲੋਕਾਂ ਦੇ ਕੰਮ ਨਾ ਹੋਣ, ਆਮ ਲੋਕਾਂ ਦੇ ਜਿਹੜੇ ਰੁਜ਼ਗਾਰ ਉਹ ਬੰਦ ਹੋ ਜਾਣ। ਅੱਜ ਜਿਹੜਾ ਦਿਹਾੜੀਦਾਰ ਬੰਦਾ ਹੈ ਉਹਦੀ ਦਿਹਾੜੀ ਨਹੀਂ ਲੱਗ ਰਹੀ,
ਜਿਹੜਾ ਕੋਈ ਮਿਸਤਰੀ ਹੈ ਉਹਦੀ ਦਿਹਾੜੀ ਨਹੀਂ ਲੱਗ ਰਹੀ, ਜਿਹੜੇ ਨਿਰਮਾਣ ਮਜ਼ਦੂਰ ਹੈ, ਨਿਰਮਾਣ ਸਮੱਗਰੀ ਵੇਚਣ ਵਾਲੇ, ਜਿਹੜੇ ਸਾਡੇ ਬਿਲਡਿੰਗ ਮਟੀਰੀਅਲ ਵਾਲੇ ਲੋਕ ਹੈ, ਉਹ ਸਾਰੇ ਵਿਹਲੇ ਬੈਠੇ ਆ। ਇਹ ਸਾਰਾ ਕੁਝ ਸਰਕਲ ਘੁੰਮਣਾ ਹੁੰਦਾ ਹੈ ਬਾਜ਼ਾਰ ਦੇ ਵਿੱਚ, ਤੇ ਸਾਡਾ ਬਾਜ਼ਾਰ ਬਿਲਕੁਲ ਠੰਡਾ ਹੈ। ਤੁਸੀਂ ਵਪਾਰੀਆਂ ਨੂੰ ਪੁੱਛ ਕੇ ਦੇਖੋ, ਛੋਟੇ ਵਪਾਰੀਆਂ ਨੂੰ ਪੁੱਛ ਕੇ ਦੇਖੋ, ਉਹਨਾਂ ਦਾ ਜਿਹੜਾ ਬੰਦਾ ਉਹਦਾ ਅਸਰ ਕਿਹਦੇ ਤੇ ਹੋਣਾ ਹੈ? ਉਹਦਾ ਅਸਰ ਹੋਣਾ ਸਰਕਾਰ ਤੇ, ਸਰਕਾਰ ਦੇ ਰੈਵਨਿਊ ਤੇ। ਠੀਕ ਹੈ, ਅਸਲ ਦੇ ਵਿੱਚ ਇੱਕ ਸੈਕਿੰਡ ਜਸਵਿੰਦਰ ਜੀ, ਇੱਕ ਸੈਕਿੰਡ ਮੇਰੀ ਗੱਲ ਸੁਣਿਓ ਮਾੜੀ ਜੀ। ਅਸਲ ਦੇ ਵਿੱਚ ਕੀ ਹੈ, ਇੱਕ ਟ੍ਰੈਂਡ ਜਦੋਂ ਬਣ ਜਾਂਦਾ ਹੈ, ਇੱਕ ਕਲਚਰ ਜਦੋਂ ਬਣ ਜਾਂਦਾ ਹੈ। ਮੈਂ ਛੋਟੀ ਜੀ ਉਦਾਹਰਨ ਦਿੰਦਾ, ਕੱਲ ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ, ਜਿਹੜੇ ਕਿਸਾਨ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਰੇਲਾਂ ਰੋਕਣੀਆਂ, ਸੜਕਾਂ ਰੋਕਣੀਆਂ ਅੱਜ ਕੱਲ ਟ੍ਰੈਂਡ ਬਣ ਚੁੱਕਿਆ ਹੈ। ਗੱਲ ਆਪਾਂ ਤਰੀਕਿਆਂ ਦੀ ਕਰਦੇ ਹਾਂ, ਕੱਲਾ ਇਹ ਨਹੀਂ ਹੈ ਕਿ ਪੀਸੀਐਸ ਅਫਸਰਾਂ ਦੇ ਨਾਲ ਮਸਲਾ ਹੋ ਗਿਆ ਤੇ ਆਪਾਂ ਉਸ ਤੇ ਬੈਠ ਗਏ ਔਰ ਉਸੇ ਤੇ ਹੀ ਚਰਚਾ ਕਰੀ ਜਾਈਏ ਕਿ ਅਫਸਰ ਨੂੰ ਫੜਿਆ ਨਹੀਂ ਫੜਿਆ, ਗਲਤ ਹੈ ਸਹੀ ਹੈ। ਗੱਲ ਤੇ ਇਹ ਹੈ ਕਿ ਇੱਕ ਟ੍ਰੈਂਡ ਜਿਸ ਤਰੀਕੇ ਦੇ ਸੈੱਟ ਹੋ ਰਹੇ ਨੇ, ਚਾਹੇ ਕਿਸਾਨਾਂ ਦੀ ਗੱਲ ਸੀ, ਜਿਸ ਦਿਨ ਉਹਨਾਂ ਨੇ ਸੜਕਾਂ ਰੋਕੀਆਂ, ਅਸੀਂ ਲਗਾਤਾਰ 2-3 ਦਿਨ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹੇ, ਜਿਹੜੇ ਸੜਕਾਂ ਤੇ ਜਾਂਦੇ ਸੀ ਉਹ ਖੱਜਲ ਖੁਆਰ ਹੁੰਦੇ ਰਹੇ, ਉਹਨਾਂ ਦੀ ਪਰੇਸ਼ਾਨੀ ਦਿਖਾਈ। ਔਰ ਇਹ ਵੀ ਸਵਾਲ ਉਹਦੇ ਚੋਂ ਨਿਕਲ ਕੇ ਆਇਆ ਕਿ ਪ੍ਰੋਟੈਸਟ ਕਰਨ ਦੇ ਹੋਰ ਬੜੇ ਤਰੀਕੇ ਨੇ, ਪਰ ਆਮ ਲੋਕਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਮੈਂ ਇੱਕ ਉਦਾਹਰਨ ਦੇ ਰਿਹਾ, ਉਸੇ ਤਰੀਕੇ ਨਾਲ ਪੀਸੀਐਸ ਅਫਸਰਾਂ ਦਾ ਜੋ ਮੁੱਦਾ ਸੀ, ਜੋ ਕੰਸਰਨਡ ਇਸ਼ੂ ਸੀ, ਉਹਨਾਂ ਨੇ ਕਿਹਾ ਕਿ ਸਾਡੇ ਕੰਸਰਨਡ ਇਸ਼ੂ ਨੇ। ਮੁੱਖ ਮੰਤਰੀ ਨਾਲ ਮੀਟਿੰਗ ਹੋ ਗਈ, ਮੁੱਖ ਮੰਤਰੀ ਨੇ ਕਹਿਤਾ ਕਿ ਸਾਨੂੰ 2-4 ਦਿਨ ਦਿਓ, ਅਸੀਂ ਇਸ ਦੇ ਵਿੱਚ ਤੁਹਾਡਾ ਮਸਲਾ ਸੌਟ ਆਊਟ ਕਰ ਦਿਆਂਗੇ। ਕੀ ਉਸ ਤੋਂ ਬਾਅਦ ਸਟ੍ਰਾਈਕ ਕਰਨਾ ਬਣਦਾ ਸੀ? ਕੀ ਉਸ ਤੋਂ ਬਾਅਦ ਲੋਕਾਂ ਦੀ ਖੱਜਲ ਖੁਆਰੀ ਬਣਦੀ ਸੀ? ਬੜਾ ਸਪਸ਼ਟ ਜਿਹਾ ਸਵਾਲ ਹੈ। ਜੇ ਤੁਸੀਂ ਐਗਰੀ ਕਰਦੇ ਹੋ ਤਾਂ ਹਾਂ ਕਹਿ ਦਿਓ। ਦੇਖੋ ਜੀ, ਲੋਕਾਂ ਦੀ ਖੱਜਲ ਖੁਆਰੀ ਦੀ ਗੱਲ ਜਿਹੜੀ ਆਪਾਂ ਪਹਿਲਾਂ ਕਿਸਾਨੀ ਧਰਨੇ ਦੀ ਤੇ ਤੁਸੀਂ ਰੋਡ ਜਾਮ ਕਰਨ ਦੀ ਕੀਤੀ ਹੈ, ਉਹ ਵੀ ਇੱਕ ਸੰਵਿਧਾਨਕ ਗੱਲ ਹੈ। ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਜੇ ਕੋਈ ਟੋਲ ਪਲਾਜ਼ੇ ਤੇ ਪਰਚੀ ਕਟਾ ਕੇ ਆ ਰਿਹਾ ਹੈ ਤੇ ਉਹਦਾ ਕੋਈ ਰੋਡ ਜਾਮ ਨਹੀਂ ਕਰ ਸਕਦਾ। ਇਹ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਔਰ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਉੱਥੇ ਵੀ ਦੋਨਾਂ ਧਿਰਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਰਕਾਰ ਦੀ, ਜਿਵੇਂ ਮੈਂ ਪਹਿਲਾਂ ਕਿਹਾ, ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਸੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ 2 ਦਿਨ ਦਾ ਸਮਾਂ ਦਿਓ, ਬਿਲਕੁਲ ਉਹ ਜਿਹੜੀ ਪੀਸੀਐਸ ਆਫੀਸਰ ਦੀ ਯੂਨੀਅਨ ਹੈ ਉਹਨਾਂ ਨੂੰ 2 ਦਿਨ ਦਾ ਸਮਾਂ ਦੇਣਾ ਚਾਹੀਦਾ ਸੀ। ਪਰ ਜਿਹੜੀ ਇਹ ਇਕੱਲਾ ਅੱਜ ਤੱਕ ਗੱਲ ਇਹੀ ਕਰ ਰਹੇ ਨਾ, ਪਰ ਜਿਹੜੀ ਆਲ ਓਵਰ ਹੈ ਉਹ ਠੀਕ ਨਹੀਂ ਚੱਲ ਰਿਹਾ। ਸਾਰਾ ਲੋਕਾਂ ਦੇ ਸਾਹਮਣੇ ਹੀ ਹੈ। ਔਰ ਉਹਦੇ ਚ ਜਿਹੜਾ ਗੱਲ ਤੇ ਟ੍ਰੈਂਡ ਦੀ ਕਰ ਰਹੇ ਆ ਗਰਗ ਸਾਹਿਬ। ਠੀਕ ਹੈ ਆਪਾਂ ਅੱਗੇ ਜਾਵਾਂਗੇ, ਗੱਲਬਾਤ ਕਰਨੀ ਹੈ। ਗਰਗ ਸਾਹਿਬ, ਕਾਫੀ ਚੀਜ਼ਾਂ ਨੇ ਤੁਹਾਡੇ ਕੋਲੋਂ ਇਕੱਠੀਆਂ ਹੁੰਦੀਆਂ। ਇਹ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਹੈ ਕਿ ਪਿਛਲੇ 8-9 ਮਹੀਨੇ ਜਿੰਨੇ ਵੀ ਸਰਕਾਰ ਦੇ ਲੰਘੇ ਨੇ, ਸਭ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨ ਹੋਏ ਨੇ। ਸਭ ਤੋਂ ਜ਼ਿਆਦਾ ਜੇ ਮੈਂ ਕਹਾਂ ਕਿ ਦਬਾਅ ਦੀ ਰਾਜਨੀਤੀ ਇੱਥੇ ਚੱਲੀ ਹੈ ਜਾਂ ਕੋਸ਼ਿਸ਼ ਕੀਤੀ ਗਈ ਹੈ ਉਹ ਕਰਨ ਦੀ। ਚਾਹੇ ਪਟਵਾਰੀ ਫੜੇ ਜਾਣ, ਸਾਰੇ ਪਟਵਾਰੀਆਂ ਨੇ ਸਟ੍ਰਾਈਕ ਕਰਤੀ, ਕੰਮ ਬੰਦ ਰਿਹਾ। ਤਹਿਸੀਲਦਾਰ ਕਿੰਨਾ ਚਿਰ ਰਜਿਸਟਰੀਆਂ ਬੰਦ ਰਹੀਆਂ, ਕਿੰਨਾ ਚਿਰ ਲੋਕ ਤਹਿਸੀਲਾਂ ਦੇ ਵਿੱਚ ਖੱਜਲ ਹੋਏ। ਹਰ ਕੋਈ ਕਹਿੰਦਾ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਓ, ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨੀ ਹੈ। ਟੀਚਰ ਹੋਣ, ਕੱਚੇ ਮੁਲਾਜ਼ਮ ਹੋਣ, ਕੋਈ ਹੋਰ ਕਰਮੀ ਹੋਣ, ਸਭ ਵੱਲੋਂ ਸਟ੍ਰਾਈਕ, ਸੜਕਾਂ ਜਾਮ, ਕਿਸਾਨ ਹੋਣ, ਸਭ ਜਗ੍ਹਾ ਸੜਕਾਂ ਜਾਮ। ਇੱਕ ਟ੍ਰੈਂਡ ਬਣ ਗਿਆ। ਔਰ ਜਦੋਂ ਆਮ ਲੋਕਾਂ ਦਾ ਵੀ ਸਬਰ ਜਵਾਬ ਦੇ ਗਿਆ ਤਾਂ ਫਿਰ ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਕਿ ਸੜਕ ਜਾਮ ਕਰਨਾ ਕੋਈ ਤਰੀਕਾ ਨਹੀਂ ਹੈ। ਸੜਕ ਜਾਮ ਨਾਲ ਵੀ ਲੋਕ ਖੱਜਲ ਖੁਆਰ ਹੁੰਦੇ ਸੀ ਤੇ ਤਹਿਸੀਲਾਂ 'ਚ ਕੰਮ ਬੰਦ ਹੋਣ ਨਾਲ, ਸਰਕਾਰੀ ਦਫ਼ਤਰਾਂ 'ਚ ਕੰਮ ਬੰਦ ਹੋਣ ਨਾਲ ਵੀ ਲੋਕ, ਉਹ ਵੀ ਸੜਕ ਜਾਮ ਵਰਗਾ ਹੀ ਕੰਮ ਹੋ ਗਿਆ ਸੀ। ਸੋ ਕਿਤੇ ਨਾ ਕਿਤੇ ਇਸ ਟ੍ਰੈਂਡ ਨੂੰ ਤੋੜਨ ਦਾ ਤੇ ਫੈਸਲਾ ਲੈਣਾ ਹੀ ਪੈਣਾ ਹੈ, ਸਖਤੀ ਕਰਨੀ ਪੈਣੀ ਹੈ। ਦੇਖੋ ਵਿਜੇਪਾਲ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈਗੀ ਹੈ ਕਿ ਜਦੋਂ ਆਮ ਲੋਕਾਂ ਨੂੰ ਪਰੇਸ਼ਾਨੀਆਂ ਹੁੰਦੀਆਂ, ਸਰਕਾਰ ਨੂੰ ਇਸ ਦਾ ਅਹਿਸਾਸ ਵੀ ਹੈ ਔਰ ਸਰਕਾਰ ਦਾ ਫਰਜ਼ ਵੀ ਹੁੰਦਾ ਹੈ ਕਿ ਆਮ ਲੋਕਾਂ ਨੇ, ਜਿਨ੍ਹਾਂ ਨੂੰ ਉਹਨਾਂ ਨੇ ਚੁਣ ਕੇ ਸ਼ਾਸਨ ਕਰਨ ਵਾਸਤੇ ਭੇਜਿਆ ਹੈਗਾ, ਲੋਕ ਪਰੇਸ਼ਾਨ ਨਾ ਹੋਣ। ਔਰ ਇਹ ਬਿਲਕੁਲ ਟ੍ਰੈਂਡ ਬਣ ਗਿਆ। ਤੁਹਾਡੀ ਗੱਲ ਸਹੀ ਹੈਗੀ ਹੈ। ਪਟਵਾਰੀ ਫੜ ਲਓ, ਪਟਵਾਰੀ ਹੜਤਾਲ ਕਰ ਦਿੰਦੇ ਆ, ਠੀਕ ਹੈ ਨਾ। ਕਿਸੇ ਸਾਬਕਾ ਮੰਤਰੀ ਨੂੰ ਫੜ ਲਓ ਤਾਂ ਪੋਲੀਟੀਕਲ ਪਾਰਟੀ ਆਪਣੇ ਨੁਮਾਇੰਦੇ ਲੈ ਕੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਚਲੇ ਜਾਂਦੇ ਆ। ਸਾਡੇ ਹੱਕ ਜਿੱਦਾਂ ਯਾਨੀ ਕਿ ਕਰਪਸ਼ਨ ਜਿਹੜਾ ਹੈਗਾ ਉਹ ਉਹਨਾਂ ਦਾ ਹੱਕ ਹੁੰਦਾ ਹੈਗਾ। ਮੈਂ ਆਪਣੇ ਕੋ ਪੈਨਲਿਸਟ ਨੂੰ ਸੁਣ ਰਿਹਾ ਸੀ, ਮਤਲਬ ਇਹ ਸਿਰਫ ਕਹਿਣ ਵਾਸਤੇ, ਬੋਲਣ ਵਾਸਤੇ ਬੋਲ ਰਹੇ ਨੇ, ਪਰ ਇਹਨਾਂ ਦੇ ਸ਼ਬਦਾਂ ਦੇ ਵਿੱਚ ਸਪਸ਼ਟਤਾ ਕਿਤੇ ਵੀ ਨਹੀਂ ਹੈਗੀ। ਮਤਲਬ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਦੇ ਫੈਸਲੇ ਦਾ ਹਮਾਇਤ ਕਰਨ ਤੇ ਜਾਂ ਅੱਜ ਦੇ ਫੈਸਲੇ ਦਾ ਵਿਰੋਧ ਕਰਨ। ਫਰਕ ਉਹਨਾਂ ਨੇ ਤੁਹਾਡੇ ਕਰਪਸ਼ਨ ਦੇ ਜਿਹੜੀ ਤੁਸੀਂ ਕਿਹਾ ਕਿ ਜ਼ੀਰੋ ਟੋਲਰੈਂਸ ਹੈ, ਉਸ ਨੂੰ ਲੈ ਕੇ ਸਵਾਲ ਚੱਕੇ ਨੇ ਕਿ ਵਿਦ ਇਨ ਗਵਰਨਮੈਂਟ ਵੀ ਬਹੁਤ ਸਾਰੇ ਇਸ਼ੂਜ਼ ਹੋਏ ਨੇ, ਉੱਥੇ ਫਿਰ ਸਰਕਾਰ ਕੀ ਕਰਦੀ ਹੈ। ਇਹ ਇੱਕ ਤਰੀਕੇ ਨਾਲ ਕਾਮਨ ਜੀ ਆਵਾਜ਼ ਹੈ ਜਿਹੜੇ ਦੂਸਰੀਆਂ ਪਾਰਟੀਆਂ ਦੇ। ਉਹਦਾ ਜਵਾਬ ਦੇ ਦਿਓ ਜੀ।
ਉਹਦਾ ਸਵਾਲ ਵੀ ਜਵਾਬ ਦੇ ਰਿਹਾ। ਇਹ ਸਵਾਲ ਉਠਾ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਏਦਾਂ ਕਰਨਾ ਚਾਹੀਦਾ। ਬਿਲਕੁਲ ਤੁਸੀਂ ਵੀ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ, ਉਹਨਾਂ ਨੂੰ ਕਿਹਾ ਜਾਂਚ ਕਰਾਵਾਂਗੇ, ਜੇ ਫਿਰ ਵੀ ਉਹ ਹੜਤਾਲ ਤੇ ਜਾਂਦੇ ਨੇ, ਇਹ ਮਰੋੜਨਾ ਨਹੀਂ ਇਹਨੂੰ ਕਹਿੰਦੇ ਜਾਂ ਬਲੈਕਮੇਲਿੰਗ ਨਹੀਂ ਕਹਿੰਦੇ ਤਾਂ ਹੋਰ ਕੀ ਆਖੀਏ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ, ਇਹ ਕਹਿੰਦੇ ਨੇ ਜੇ ਇਹ ਹੋਇਆ ਹੁੰਦਾ ਭਾਈ ਸਾਹਿਬ, ਜੇਕਰ ਤੁਸੀਂ ਕਰਪਸ਼ਨ ਦਾ ਹਿੱਸਾ ਨਾ ਬਣੇ ਹੁੰਦੇ, ਤੁਹਾਡੀਆਂ ਸਰਕਾਰਾਂ ਨੇ ਕਰਪਸ਼ਨ ਨੂੰ ਐਪਰੀਸ਼ੀਏਟ ਨਾ ਕੀਤਾ ਹੁੰਦਾ, ਜੇਕਰ ਜਿਹੜਾ ਹੈਗਾ ਨੈਕਸਸ ਅਫਸਰਾਂ ਦਾ ਤੇ ਰਾਜਨੀਤਿਕ ਲੀਡਰਾਂ ਦਾ, ਕਿਉਂਕਿ ਨਾ ਇਕੱਲੇ ਰਾਜਨੀਤਿਕ ਲੀਡਰ ਕਰਪਸ਼ਨ ਕਰ ਸਕਦੇ ਨੇ, ਨਾ ਇਕੱਲੇ ਅਫਸਰ ਕਰ ਸਕਦੇ ਹੁੰਦੇ ਆ, ਇਹ ਨੈਕਸਸ ਜੇ ਤੁਸੀਂ ਨਾ ਬਣਨ ਦਿੱਤਾ ਹੁੰਦਾ ਤਾਂ ਅੱਜ ਇਹ ਹਾਲਾਤ ਹੀ ਪੈਦਾ ਨਾ ਹੁੰਦੇ। ਜੇ ਅੱਜ ਜੇ ਹਾਲਾਤ ਪੈਦਾ ਹੋਏ ਨੇ, 1997 ਦਾ ਇੱਕ ਉਦੋਂ ਵੀ ਇਹੋ ਜਿਹੇ ਹਾਲਾਤ ਪੈਦਾ ਹੋਏ ਸੀ, 2002 ਦੇ ਵਿੱਚ ਵੀ ਇਹੋ ਜਿਹੇ ਹਾਲਾਤ ਪੈਦਾ ਹੋਏ ਸੀ, ਲੇਕਿਨ ਅਸੀਂ ਇਸ ਮੁੱਦੇ ਦੇ ਉੱਤੇ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੇ ਜਿਸ ਤਰੀਕੇ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੇ ਕੰਪਰੋਮਾਈਜ਼ ਕੀਤੇ ਸੀ। ਹਾਂ, ਸਾਨੂੰ ਤਜਰਬਾ ਨਹੀਂ ਹੈਗਾ, ਸਾਨੂੰ ਨਹੀਂ ਤਜਰਬਾ ਕਿ ਟਰਾਂਸਪੋਰਟ ਤੇ ਕਬਜ਼ਾ ਕਿਵੇਂ ਕਰਨਾ ਹੈ, ਸਾਨੂੰ ਨਹੀਂ ਤਜਰਬਾ ਕੇਬਲ ਤੇ ਕਬਜ਼ਾ ਕਿਵੇਂ ਕਰਨਾ ਹੈ, ਸਾਨੂੰ ਨਹੀਂ ਤਜਰਬਾ ਮਾਈਨਿੰਗ ਤੇ ਕਬਜ਼ਾ ਕਿਵੇਂ ਕਰਨਾ ਹੈ, ਸਾਨੂੰ ਨਹੀਂ ਤਜਰਬਾ ਅਸੀਂ ਡਰੱਗ ਮਾਫੀਆ ਕਿੱਦਾਂ ਚਲਾਉਣਾ, ਲੇਕਿਨ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੈਗਾ, ਸਾਨੂੰ ਤਜਰਬਾ ਹੈਗਾ ਕਿ ਲੋਕਾਂ ਨੂੰ ਇਸ ਕਰਪਸ਼ਨ ਫ੍ਰੀ ਸਿਸਟਮ ਜਿਹੜਾ ਉਹ ਕਿਸ ਤਰੀਕੇ ਨਾਲ ਦੇਣਾ ਹੈ, ਕਰਪਸ਼ਨ ਨੂੰ ਕਾਬੂ ਕਿਸ ਤਰੀਕੇ ਨਾਲ ਕਰਨਾ ਹੈ। ਗੋਲਡੀ ਜੀ ਜਵਾਬ ਦੇ ਦਿਓ। ਇਸ਼ਾਰੇ ਉਹਨਾਂ ਨੇ, ਮੈਂ ਕਾਂਗਰਸ ਤੋਂ ਵੀ ਜਵਾਬ ਲਵਾਂਗਾ। ਹਾਂ, ਅੱਛਾ, ਗਰਗ ਸਾਹਿਬ ਤਾਂ ਨਾ ਇੱਕ ਰੱਟ ਫੜ ਲਾਉਂਦੇ ਨੇ। ਗਰਗ ਸਾਹਿਬ, ਸਰਕਾਰ ਦੇ ਵਿੱਚ ਧਰਨੇ ਲਾਉਣੇ, ਸਰਕਾਰਾਂ ਦੇ ਖਿਲਾਫ ਧਰਨੇ ਲਾਉਣੇ ਕਿਹਨੇ ਸਿਖਾਇਆ? ਧਰਨੇ ਦੀ ਰਾਜਨੀਤੀ ਸ਼ੁਰੂ ਕਿਹਨੇ ਕੀਤੀ ਸੀ? ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਸੀ। ਜਿਹੜੇ ਭਗਵੰਤ ਮਾਨ ਸੱਥਾਂ 'ਚ ਖੜ ਇਹ ਗੱਲਾਂ ਕਹਿੰਦੇ ਹੁੰਦੇ ਸੀ ਨਾ ਵੀ ਡਲਾ ਤੋਂ ਡਲਾ ਹੋਤਾ ਹੈ, ਕਿਧਰ ਸੇ ਚਲਾ ਹੋਤਾ ਹੈ, ਜਿਹੜੇ ਕਹਿੰਦੇ ਸੀ ਇਹਨਾਂ ਲੀਡਰਾਂ ਨੂੰ ਧੱਕੇ ਨਾਲ ਗੱਡੀਆਂ 'ਚੋਂ ਖਿੱਚ ਕੇ ਲਿਆਓ, ਅੱਜ ਤੁਸੀਂ ਧਰਨੇ ਤੋਂ ਡਰਦੇ ਹੋ। ਅੱਜ ਮੁੱਖ ਮੰਤਰੀ ਦੇ ਘਰ ਦੇ ਬਾਹਰ ਜੋ ਧਰਨੇ ਲੱਗਦੇ ਨੇ, ਜਿਹੜਾ ਮੁੱਖ ਮੰਤਰੀ ਇਹ ਗੱਲ ਕਰਦਾ ਸੀ ਬਰਾੜ ਸਾਹਿਬ ਕਿ ਸੱਥਾਂ 'ਚ ਆ ਕੇ ਲੀਡਰ ਸੁਣਿਆ ਕਰਨਗੇ, ਅੱਜ ਮੁੱਖ ਮੰਤਰੀ ਮਿਲਣ ਦੀ ਮੀਟਿੰਗ ਨਹੀਂ ਕਰਦਾ। ਫਿਰ ਮਾਈਨਿੰਗ ਦੀ ਗੱਲ ਕੀਤੀ ਇਹਨਾਂ ਨੇ ਹੁਣੇ, ਜਿਹੜਾ ਇਹਨਾਂ ਦਾ ਮੰਤਰੀ ਵਿਧਾਨ ਸਭਾ 'ਚ ਕਿਹਾ ਉਹਨੇ 20,000 ਕਰੋੜ ਰੁਪਏ ਦਾ ਕਹਿੰਦਾ ਰੈਵਨਿਊ ਇਕੱਠਾ ਕਰਕੇ ਦੇਵਾਂਗੇ 1 ਸਾਲ 'ਚ। ਸਾਲ ਟੱਪਣ ਨੂੰ ਹੋ ਗਿਆ, 20,000 ਕਰੋੜ ਤਾਂ ਛੱਡੋ, 20,000 ਰੁਪਏ ਵੀ ਇਕੱਠਾ ਹੋਏ, ਮੰਤਰੀ ਉਹ ਬਦਲਤਾ 20,000 ਕਰੋੜ ਤਾਂ ਦੂਰ ਦੀ ਗੱਲ ਹੈ। ਸੋ ਇਹ ਮਸਲੇ ਜਿਹੜੇ ਨੇ ਨਾ, ਫਿਰ ਜਿਹੜਾ ਦੂਸਰਾ ਉਸ ਤੋਂ ਬਾਅਦ ਹੁਣ ਮੀਟਿੰਗ ਜਿਹੜੀਆਂ ਤੁਸੀਂ ਮੇਰੇ ਤੋਂ ਪਹਿਲਾਂ ਗੱਲ ਕੀਤੀ ਹੈ, ਇਹਨਾਂ ਨੂੰ ਪੁੱਛੋ ਵੀ ਕਿੰਨੀਆਂ ਮੀਟਿੰਗਾਂ ਮੁੱਖ ਮੰਤਰੀ ਨੇ ਕੀਤੀਆਂ ਨੇ, ਐਸੋਸੀਏਸ਼ਨਾਂ ਨੇ, ਉਹ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਹਰ ਇੱਕ ਚ ਕਿਤੇ ਨਾ ਕਿਤੇ ਆਪਣੇ ਹੱਕਾਂ ਦੇ ਲਈ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਧਰਨੇ ਲੱਗਦੇ ਨੇ। ਪਰ ਅੱਜ ਤੱਕ ਇਹ ਦੱਸੋ ਮੁੱਖ ਮੰਤਰੀ ਨੇ ਕਿੰਨਿਆਂ ਨਾਲ ਮੀਟਿੰਗ ਕੀਤੀ ਹੈ? ਇਹ ਵੀ ਇੱਕ ਅਫਸਰ ਸੀ, ਕਿਉਂਕਿ ਸਰਕਾਰ ਚਲਾਉਣੀ ਸੀ, ਸਰਕਾਰ ਦੇ ਉੱਤੇ ਆਉਂਦੀ ਸੀ ਤਾਂ ਮੀਟਿੰਗ ਦਾ ਸਮਾਂ ਦਿੱਤਾ ਹੈ। ਅੱਜ ਡੇਲੀ ਮੈਂ ਸੰਗਰੂਰ ਮੇਰੀ ਕਨਸਟੀਚੁਐਂਸੀ ਹੈ, ਰੋਜ਼ ਲੰਘਦਾ, ਉਹ ਜਿਹੜੀ ਕਲੋਨੀ 'ਚ ਭਗਵੰਤ ਮਾਨ ਸਾਹਿਬ ਦੀ ਖਾਲੀ ਕੋਠੀ ਹੈ, 500 ਤਾਂ ਮੁਲਾਜ਼ਮ ਲੱਗਿਆ ਹੋਇਆ ਉੱਥੇ ਡਿਊਟੀ ਤੇ, ਖਾਲੀ ਕੋਠੀ ਨੂੰ, ਜਿਹੜੇ ਕਹਿੰਦੇ ਸੀ ਗੱਡੀ ਦਾ ਧੂੰ 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 ਬੋਲਦੇ ਸੀ ਨਾ, ਜਿਹੜਾ ਹੂਟਰ ਵਾਲੀਆਂ ਵੀਡੀਓ ਸੁਣਾਉਂਦੇ ਸੀ ਜਿਹੜੇ ਸੱਥਾਂ 'ਚ ਖੜ ਤੇ ਅੱਜ ਉਹੀ ਧੂੰ ਧੂੰ ਵਾਲੀਆਂ ਗੱਡੀਆਂ ਲੰਘ ਜਾਂਦੀਆਂ ਨੇ, ਪਰ ਲੋਕਾਂ ਨੂੰ ਖੜ ਕੇ ਨਹੀਂ ਮਿਲਦੇ। ਗਰਗ ਸਾਹਿਬ, ਕੱਲੀਆਂ ਇਹ ਨਾ ਕਰੋ ਕਿ ਸਾਨੂੰ ਬੋਲਣ ਨੂੰ ਨਹੀਂ, ਸਾਰਾ ਕੁਝ ਹੀ ਹੈ। ਅਸੀਂ ਇਸ ਚੀਜ਼ ਦੀ ਬਿਲਕੁਲ ਹਮਾਇਤ ਨਹੀਂ ਕਰਦੇ ਕਿ ਕੋਈ ਬੰਦਾ ਕਰਪਸ਼ਨ ਕਰੇ, ਪਰ ਨਾਲ ਇਹ ਵੀ ਕਹਿੰਦੇ ਆ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਜਿਹੜੀ ਹੈ ਉਹ ਤੁਸੀਂ ਪਹਿਲੀ ਗੱਲ ਤਾਂ ਇਹ ਕਹਿੰਦੇ ਕਿ ਤੁਸੀਂ ਧਰਨਿਆਂ 'ਚ ਸਿਖਾਇਆ ਬੋਲਣਾ ਲੋਕਾਂ ਨੂੰ, ਤੇ ਅੱਜ ਫਿਰ ਜੋ ਬੋਲਦੇ ਨੇ ਤੇ ਫਿਰ ਢਿੱਡੀ ਪੀੜਾਂ ਕਿਉਂ ਹੁੰਦੀਆਂ ਨੇ? ਹੁਣ ਕਿਉਂ ਕਹਿੰਦੇ ਹੋ ਕਿ ਜੀ ਹੁਣ ਜਿਹੜੇ ਧਰਨੇ ਦਾ ਰਿਵਾਜ ਬਣ ਗਿਆ? ਰਿਵਾਜ ਕਿਹਨੇ? ਇਸ ਕਰਕੇ ਪਹਿਲਾਂ ਗੱਲ ਤੇ ਇਹ ਚੀਜ਼ਾਂ ਤੇ ਵੀ ਧਿਆਨ ਦਿਓ, ਤੁਹਾਡੇ ਮੰਤਰੀਆਂ ਨੂੰ ਅੰਦਰ ਦਿਓ, ਤੁਹਾਡੇ ਜਿਹੜੇ ਨਾਲ ਦੇ ਲੀਡਰ ਨੇ ਉਹਨਾਂ ਨੂੰ ਅੰਦਰ ਦਿਓ, ਇੱਕ ਐਗਜ਼ਾਮਪਲ ਤਾਂ ਸੈੱਟ ਕਰੋ ਨਾ, ਕੱਲਾ ਇਹ ਨਹੀਂ ਕਿ ਫੜਿਆ। ਚਲੋ ਲੈਣੇ ਚਰਚਾ ਕਰਾਈ, ਠੀਕ ਹੈ। ਮੈਂ ਚੰਨੀ ਸਾਹਿਬ ਕੋਲੇ ਜਾਣਾ ਚਾਹਣਾ ਹੈ। ਚੰਨੀ ਸਾਹਿਬ, ਗੱਲ ਅੱਗੇ ਦੀ ਪੋਲੀਟੀਕਲੀ ਜਿਹੜੀ ਇਲਜ਼ਾਮ ਤਰਾਸ਼ੀ ਹੈ ਉੱਤੇ ਚੱਲਦੀ ਰਹਿੰਦੀ ਹੈ, ਪਰ ਅਸਲ ਮੁੱਦੇ ਦੀ ਜਿਹੜੀ ਜੜ ਹੈ, ਜੇ ਆਪਾਂ ਉੱਥੇ ਜਿਹੜਾ ਮੈਂ ਜ਼ਿਕਰ ਕੀਤਾ ਹੈ ਵੀ ਇੱਕ ਟ੍ਰੈਂਡ ਬਣ ਗਿਆ ਹੈ ਨਾ, ਇੱਕ ਟ੍ਰੈਂਡ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਨੇ। ਮੈਂ ਕਿਸਾਨ ਧਰਨਿਆਂ ਦੀ ਗੱਲ ਕੀਤੀ, ਉਹਦੇ 'ਚ ਵੀ ਉਹੀ ਕੁਝ ਹੋਇਆ ਕਿ ਜਦੋਂ ਸੜਕਾਂ ਜਾਮ ਹੈ, ਔਰ ਫਿਰ ਜਦੋਂ ਇਸ ਚੀਜ਼ ਦਾ ਰੌਲਾ ਪਿਆ, ਫਿਰ ਕਿਸਾਨ ਵੀ ਇਸ ਚੀਜ਼ ਨੂੰ ਸਮਝ ਗਏ, ਔਰ ਬਹੁਤ ਸਾਰੇ ਕਿਸਾਨ ਲੀਡਰਾਂ ਨੇ ਕਿਹਾ ਕਿ ਨਹੀਂ, ਹੁਣ ਸਟ੍ਰੈਟਜੀ ਬਦਲਣ ਦੀ ਜ਼ਰੂਰਤ ਹੈ। ਜੇ ਆਮ ਲੋਕ ਜ਼ਿਆਦਾ ਖੱਜਲ ਖੁਆਰ ਹੋਣਗੇ ਤਾਂ ਫਿਰ ਲੋਕ ਉਹਨਾਂ ਦੇ ਖਿਲਾਫ ਹੋ ਜਾਣਗੇ, ਫਿਰ ਇਹ ਚੀਜ਼ ਉਹਨਾਂ ਨੂੰ ਪੁੱਠੀ ਪੈ ਜਾਏਗੀ। ਇਸ ਕਰਕੇ ਸਟ੍ਰੈਟਜੀ, ਆਪਣੀ ਗੱਲ ਮਨਾਉਣ ਦੇ ਬੜੇ ਸਾਰੇ ਤਰੀਕੇ ਹੁੰਦੇ ਨੇ, ਪਰ ਤਰੀਕਾ ਉਹ ਅਪਣਾਇਆ ਜਾਵੇ ਜਿਹਦੇ ਨਾਲ ਸਰਕਾਰ ਤੇ ਅਸਰ ਤਾਂ ਪਵੇ ਪਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ, ਕੋਈ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। ਬਹੁਤ ਅੱਛੀ ਗੱਲ ਤੁਸੀਂ ਵਿਜੇਪਾਲ ਜੀ ਕੀਤੀ ਹੈ, ਪਰ ਅਫਸੋਸ ਇਹ ਹੈ ਕਿ ਹਰੇਕ ਬੰਦੇ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਜਿੰਨੇ ਵੀ ਧਰਨੇ ਪ੍ਰਦਰਸ਼ਨ ਵਾਲੇ ਨੇ, ਕੋਈ ਮੁਲਾਜ਼ਮ ਹੈ, ਕੋਈ ਕਿਸਾਨ ਹੈ, ਕੋਈ ਹੋਰ ਹੈ, ਕੋਈ ਐਂਬੂਲੈਂਸ ਵਾਲੇ ਨੇ, ਹਰ ਬੰਦਾ ਧਰਨੇ ਪ੍ਰਦਰਸ਼ਨ ਤੇ ਆ ਗਿਆ। ਪਰ ਦੇਖੋ, ਇਹ ਜਿਹੜੀ ਪਾਰਟੀ ਹੈ ਉਹ ਧਰਨੇ ਪ੍ਰਦਰਸ਼ਨ ਚੋਂ ਨਿਕਲੀ ਹੋਈ, ਔਰ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਸੀਗਾ ਵੀ ਸਾਡੀ ਸਰਕਾਰ ਬਣ ਜੇ
ਇੱਕ ਵੀ ਧਰਨਾ ਨਹੀਂ ਲੱਗੇਗਾ। ਹੁਣ ਦੇਖੋ ਕਿੰਨੇ ਮਿਨਿਸਟਰ ਨੇ ਤੇ 92 ਇਹਨਾਂ ਦੇ ਐਮਐਲਏ ਨੇ। ਇਹ ਜਿਹੜੇ ਧਰਨੇ ਪ੍ਰਦਰਸ਼ਨ ਲੱਗਦੇ ਨੇ ਉਹਦੇ ਵਿੱਚ ਲਕੀਰ ਕਿਉਂ ਨਹੀਂ ਖਿੱਚਦੇ ਵੀ ਆਹ ਤੁਹਾਡੀਆਂ ਜਾਇਜ਼ ਮੰਗਾਂ ਨੇ ਅਸੀਂ ਕਰਤੀਆਂ, ਆਹ ਨਜਾਇਜ਼ ਮੰਗਾਂ ਨੇ ਚਾਹੇ ਪੁੱਠੇ ਲਟਕੋ ਸਿੱਧੇ ਲਟਕੋ ਇਹ ਨਹੀਂ ਹੋ ਸਕਦੀਆਂ। ਇਹ ਕਿਉਂ ਨਹੀਂ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਐਡਰੈਸ ਕਿਉਂ ਨਹੀਂ ਕਰਦੇ? ਹੁਣ ਤੁਸੀਂ ਦੇਖੋ ਜੀਰਾ ਫੈਕਟਰੀ, ਕਰਪਸ਼ਨ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ ਵੀ ਗਰਗ ਸਾਹਿਬ ਨੇ ਮੇਰੀ ਗੱਲ ਦਾ ਜਵਾਬ ਸਰਾਰੀ ਸਾਹਿਬ ਦਾ ਨਹੀਂ ਦਿੱਤਾ ਤੇ ਵਿਜੇ ਸਿੰਗਲੇ ਦਾ ਨਹੀਂ ਦਿੱਤਾ। ਉਹ ਗੱਲ ਇਹ ਗੋਲ ਕਰ ਗਏ, ਗੋਲ ਨਹੀਂ ਰਹਿਣੀ। ਫਿਰ ਦੁਬਾਰੇ ਲੈ ਲਾਂਗੇ, ਬੈਠੇ ਹੀ ਨੇ। ਹਾਂ, ਆਪਰੇਸ਼ਨ ਲੋਟਸ ਤੇ ਕਿੰਨਾ ਜ਼ੋਰ ਲਾਇਆ ਸੀ ਵੀ ਜੀ ਸਾਡੇ ਕੋਲੇ ਪ੍ਰੈਸ ਕਾਨਫਰੰਸ ਕੀਤੀ, ਡੀਜੀਪੀ ਜਾ ਕੇ ਮਿਲੇ, ਰਿਪਰੈਜ਼ੈਂਟੇਸ਼ਨ ਦਿੱਤੀ, ਸਾਰੀਆਂ ਆਡੀਓ ਹੈਗੀਆਂ, ਵੀਡੀਓ ਹੈਗੀਆਂ, ਫਲਾਣੇ ਇਹਨਾਂ। ਉਹ ਗੱਲ ਕਿੱਧਰ ਗਈ? ਅੱਛਾ, ਫਿਰ ਜਿਹੜੇ ਲੋਕਾਂ ਦੇ ਮਸਲੇ ਐਡਰੈਸ ਕਰਦੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਵੀ ਭਾਈ ਸੈਸ਼ਨ ਜਦੋਂ ਵੈਂਟਰ ਤਾਂ ਨਿਕਲ ਗਈ। ਵੈਂਟਰ ਸੈਸ਼ਨ ਕਦੋਂ ਸੱਦਣਾ? ਜੇ ਤੁਸੀਂ ਲੋਕਾਂ ਨੂੰ ਡੈਮੋਕ੍ਰੇਸੀ ਹੈ, ਤੁਸੀਂ ਭੱਜਦੇ ਕਿਉਂ ਹੈ? ਤੁਸੀਂ ਮਸਲੇ ਐਡਰੈਸ ਕਿਉਂ ਨਹੀਂ ਕਰਦੇ? ਮਾਨਯੋਗ ਚੀਫ ਮਿਨਿਸਟਰ ਨੇ ਉਹ ਕਦੇ ਮੀਡੀਆ ਨੂੰ ਵੀ ਨਹੀਂ ਮਿਲਦੇ, ਵੀਡੀਓ ਇਸ਼ੂ ਕਰ ਦਿੰਦੇ ਆ, ਵੀਡੀਓ ਜਾਰੀ ਕਰ ਦਿੰਦੇ ਆ, ਉਹਦੇ ਨਾਲ ਤੁਸੀਂ ਜੋ ਮਰਜ਼ੀ ਤੋਂ ਕਰੀ ਜਾਓ। ਮੈਂ ਇਹ ਕਹਿ ਰਿਹਾ ਲੋਕਾਂ ਦੀ ਸਰਕਾਰ ਆ, ਲੋਕਾਂ ਨੂੰ ਜਵਾਬ ਦਿਆ। 92 ਇਹਨਾਂ ਦੇ ਬੰਦੇ ਨੇ, ਸਾਰੇ ਪੰਜਾਬ 'ਚ ਵਿਛ ਜਾਣ, ਸਾਰੇ ਪੰਜਾਬ ਦੇ ਲੋਕਾਂ ਨੂੰ ਕਰਨ ਐਡਰੈਸ। ਕੋਈ ਬੰਦਾ ਦਿਖਦਾ ਹੀ ਨਹੀਂ ਇੱਕ ਦੋ ਬੰਦਿਆਂ ਤੋਂ ਬਿਨਾਂ, ਜਿਹੜੇ ਦਿਖਦੇ ਉਹ ਵੀ ਵੀਡੀਓ ਰਾਹੀਂ ਦਿਖਦੇ ਨੇ। ਫਿਰ ਹੁਣ ਤੁਸੀਂ ਮੈਂ ਜੋ ਜੀਰੇ ਵਾਲੀ ਹਿੱਟ ਅੱਜ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਹੈ, ਇੱਕ ਸੈਕਿੰਡ ਔਨ এনवायरमेंट ਟ੍ਰਿਬਿਊਨ ਦੇ ਵਿੱਚ ਪੇਡ ਨਿਊਜ਼ ਲੱਗੀ ਹੈ ਤੇ ਜੀਰਾ ਫੈਕਟਰੀ ਦਾ ਆਪਾਂ ਨੂੰ ਪਤਾ ਕੀ ਹਾਲ ਹੈ। ਤੇ ਉਹਦੇ ਵਿੱਚ ਸਿੰਗਲ ਜੱਜ ਦਾ ਆਰਡਰ ਹੈ 20 ਕਰੋੜ ਰੁਪਇਆ ਦੇਤਾ, ਉਹ ਰਿਸ਼ਵਤ ਨਹੀਂ ਤਾਂ ਕੀ ਹੈਗੀ? ਤੇ ਸਿੰਗਲ ਬੈਂਚ ਦਾ ਜਿਹੜਾ ਫੈਸਲਾ ਡਬਲ 'ਚ ਕਿਉਂ ਨਹੀਂ ਕੀਤਾ? ਜੇ ਡਬਲ ਵੀ ਮਨਾ ਕਰਦਾ ਤਾਂ ਸੁਪਰੀਮ ਕੋਰਟ 'ਚ ਕਿਉਂ ਨਹੀਂ ਕੀਤਾ? ਜੇ ਸੁਪਰੀਮ ਕੋਰਟ ਕਹਿੰਦੀ ਹੈ ਫੇਰ ਦੋ ਪੈਸੇ, ਪਹਿਲੇ ਹੁਕਮ ਤੇ ਕਿੱਦਾਂ ਤੁਸੀਂ 20 ਕਰੋੜ ਰੁਪਇਆ ਦੇਤਾ ਤੇ ਪੈਸੇ ਕਿਹਦੇ? ਚਲੋ ਮੈਂ ਜਸਵਿੰਦਰ ਜੀ ਕੋਲੋਂ ਇੱਕ ਕਮੈਂਟ ਲੈਣਾ, ਫਿਰ ਮੈਂ ਗਰਗ ਸਾਹਿਬ ਤੋਂ ਇਸ ਦਾ ਜਵਾਬ ਲਵਾਂਗਾ ਕਿਉਂਕਿ ਸਵਾਲ ਬੜੇ ਸਾਰੇ ਪੋਲੀਟੀਕਲ ਵੀ ਹੋ ਜਾਂਦੇ ਆ। ਪਰ ਮੈਂ ਕਿਉਂਕਿ ਮੇਰਾ ਫੋਕਸ ਇਹ ਹੈ ਕਿ ਮੈਂ ਥੋੜਾ ਟੈਕਨੀਕਲ ਚੀਜ਼ ਤੇ ਰਵਾਂ। ਗੱਲ ਜਨਤਾ ਦੀ ਖੱਜਲ ਖੁਆਰੀ ਜਾਂ ਅਫਸਰਾਂ ਦੇ ਅਫਸਰਸ਼ਾਹੀ ਦੇ ਇਸ਼ੂਜ਼ ਹੈ, ਉੱਥੇ ਫੋਕਸ ਰਵੇ ਤਾਂ ਜ਼ਿਆਦਾ ਵਧੀਆ ਹੈ। ਔਰ ਇਹਨਾਂ ਚੀਜ਼ਾਂ ਨੂੰ ਐਡਰੈਸ ਕਿਵੇਂ ਕਰਨਾ ਹੈ, ਸਰਕਾਰ ਦੇ ਸਾਹਮਣੇ ਚੈਲੰਜਸ ਕੀ ਨੇ, ਕਿਸ ਤਰੀਕੇ ਨਾਲ ਅੱਜ ਸਖਤੀ ਕਿਉਂ ਕਰਨੀ ਪਈ, ਕਿਉਂ ਸਖਤ ਆਰਡਰ ਕੱਢਣੇ ਪਏ ਔਰ ਕਿਉਂ ਇਹੋ ਜਿਹੇ ਫੈਸਲੇ ਐਸੋਸੀਏਸ਼ਨਸ ਵੱਲੋਂ ਵੀ ਲਏ ਜਾਣ। ਜਸਵਿੰਦਰ ਜੀ, ਜੇ ਮੈਂ ਸਿੱਧਾ ਸਵਾਲ ਪੁੱਛਾਂ ਤਾਂ ਕੀ ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਜੋ ਇੱਕ ਸਰਕਾਰੀ ਕਰਮਚਾਰੀ ਹੈ ਜਿਹੜਾ 60-70 ਹਜ਼ਾਰ 80 ਹਜ਼ਾਰ ਜਾਂ ਲੱਖ ਜਾਂ ਕਈ ਉਸ ਤੋਂ ਵੀ ਜ਼ਿਆਦਾ ਤਨਖਾਹ ਲੈਂਦੇ ਨੇ, ਪੀਸੀਐਸ ਅਫਸਰਾਂ ਦਾ ਵੀ ਤੁਹਾਨੂੰ ਪਤਾ ਹੀ ਹੋਣਾ ਹੈ ਤਨਖਾਹ ਕਿੰਨੀ ਹੁੰਦੀ ਹੈ, ਕੀ ਉਸ ਦੇ ਬਾਵਜੂਦ ਸਟ੍ਰਾਈਕ ਸ਼ਬਦ ਉਸ ਦੇ ਵਿੱਚ ਆਉਣਾ ਚਾਹੀਦਾ ਕਿ ਅਸੀਂ ਕੰਮ ਨਹੀਂ ਕਰਾਂਗੇ? ਦੇਖੋ ਜੀ, ਜਿਹੜਾ ਸਟ੍ਰਾਈਕ ਲਫ਼ਜ਼ ਹੈ, ਜਿਹੜੇ ਸੰਵਿਧਾਨਕ ਅਧਿਕਾਰਾਂ ਦੇ ਵਿੱਚ ਜਿਹੜਾ ਕੋਈ ਰੋਸ ਪ੍ਰਦਰਸ਼ਨ ਕਿਸੇ ਨੇ ਵੀ ਜਥੇਬੰਦੀ ਬਣਾਉਣੀ, ਉਹਦਾ ਸੰਵਿਧਾਨਕ ਅਧਿਕਾਰ ਹੈ, ਇਹਨੂੰ ਨਹੀਂ ਆਪਾਂ ਚੈਲੰਜ ਕਰ ਸਕਦੇ। ਦੂਸਰੀ ਗੱਲ ਜਿਹੜੀ ਅਨੀਲ ਗਰਗ ਜੀ ਕਰ ਰਹੇ ਸੀਗੇ ਹੁਣੇ ਵੀ ਸਾਡੀ ਪਾਰਟੀ ਐ ਆ ਤੇ ਕਾਂਗਰਸ ਪਾਰਟੀ ਐ ਆ। ਦੇਖੋ ਇਹਨਾਂ ਦੀ ਪਾਰਟੀ ਨਵੰਬਰ 2012 ਚ ਬਣੀ ਸੀ, ਉਹਦੇ ਸਿਰਫ 10 ਸਾਲ ਦੀ ਗੱਲ ਪੂਰੀ ਹੋ ਰਹੀ ਹੈ, 10 ਸਾਲ ਦੀ ਇੱਕ ਸੈਕਿੰਡ ਚੰਨੀ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਨੇ। ਇੱਕ ਸੈਕਿੰਡ ਜਸਵਿੰਦਰ ਜੀ, 36 ਸਾਲ ਹੋ ਗਏ। ਇੱਕ ਸੈਕਿੰਡ ਚੰਨੀ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਨੇ, ਕੀ ਕਹਿ ਰਹੇ ਸੀ ਚੰਨੀ ਸਾਹਿਬ? ਲੈਂਦਾ ਜੀ, ਮੈਂ ਆ ਰਿਹਾ ਤੁਹਾਡੇ ਕੋਲ, ਆ ਰਿਹਾ। ਆਈਏਐਸ, ਪੀਸੀਐਸ, ਆਈਪੀਐਸ, ਪੁਲਿਸ, ਪੈਰਾਮਿਲਟਰੀ ਫੋਰਸਸ, ਇਹ ਟ੍ਰੇਡ ਯੂਨੀਅਨਸ ਨਹੀਂ ਹੁੰਦੀਆਂ, ਇਹ ਕਦੇ ਸਟ੍ਰਾਈਕ ਨਹੀਂ ਕਰ ਸਕਦੇ। ਇਹ ਮਤਲਬ ਇਹਨਾਂ ਨੂੰ ਨਾ ਕੋਈ ਇਖਤਿਆਰ ਹੈ, ਨਾ ਇਹ ਸਟ੍ਰਾਈਕ ਤੇ ਜਾ ਸਕਦੇ। ਇਸ ਕਰਕੇ ਇਹ ਐਸੋਸੀਏਸ਼ਨ ਦੇ ਰਾਹੀਂ ਕੋਈ ਆਪਣੀ ਮੰਗ ਰੱਖ ਸਕਦੇ। ਠੀਕ ਹੈ ਜੀ ਜਸਵਿੰਦਰ ਜੀ, ਚਲੋ ਮੈਨੂੰ ਗੱਲ ਪੂਰੀ ਕਰਨ ਦਿਓ ਜੀ ਆਪਣੀ, ਕਿ ਆਮ ਆਦਮੀ ਪਾਰਟੀ ਨਵੰਬਰ 2012 ਚ ਬਣੀ ਸੀ, ਇਹ ਸਿਰਫ 10 ਸਾਲ ਦੀ ਪਾਰਟੀ ਹੈ। ਸਾਡੀ ਪਾਰਟੀ 28 ਦਸੰਬਰ 1885 ਨੂੰ ਬਣੀ ਸੀ, 138 ਸਾਲ ਦੀ ਪਾਰਟੀ ਹੈ। ਹੁਣ ਜੇ ਕੋਈ 10 ਸਾਲ ਦਾ ਬੱਚਾ ਉੱਠ ਕੇ ਕਵੇ ਕਿ ਮੇਰੇ ਪੜਦਾਦੇ ਨੂੰ ਤਾਂ ਅਕਲ ਨਹੀਂ ਸੀ, ਮੇਰਾ ਪੜਦਾਦਾ ਤਾਂ ਪੈਦਲ ਜਾਂਦਾ ਸੀ, ਮੇਰਾ ਪੜਦਾਦਾ ਤਾਂ ਕਮਲਾ ਸੀ, ਉਹ ਤਾਂ ਬਿਜਲੀ ਹੈ ਨਹੀਂ ਸੀ ਉਹਦੇ ਕੋਲ ਤਾਂ ਕਾਰ ਹੈ ਨਹੀਂ ਸੀ, ਫਿਰ ਹੁਣ ਗਲਤੀ ਕਿਹਦੀ ਹੈ ਮੈਨੂੰ ਦੱਸੋ? ਅਸੀਂ 62 ਸਾਲ ਤੱਕ ਇਕੱਲੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ, ਉਸ ਤੋਂ ਬਾਅਦ ਅਸੀਂ 75 ਸਾਲ ਡੈਮੋਕ੍ਰੇਸੀ ਨੂੰ ਸਹੀ ਢੰਗ ਨਾਲ ਚਲਾਇਆ, ਕਦੇ ਸੱਤਾ ਦੇ ਵਿੱਚ ਰਹਿ ਕੇ ਤੇ ਕਦੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ, ਔਰ ਡੈਮੋਕ੍ਰੇਸੀ ਨੂੰ ਬਚਾ ਕੇ ਰੱਖਿਆ। ਔਰ ਕਿਸ ਤਰ੍ਹਾਂ ਦਾ ਸਾਨੂੰ ਸਮਾਜ ਮਿਲਿਆ ਸੀ ਜਿਹੜਾ ਕਿ ਅਲੱਗ-ਅਲੱਗ ਤਰੀਕਾ ਨਾਲ ਵੰਡਿਆ ਹੋਇਆ ਸੀ, ਅਸੀਂ ਉਹਨੂੰ ਇਕੱਠਾ ਕੀਤਾ। ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਮੈਨੂੰ ਥੋੜੀ ਗੱਲ ਨਹੀਂ ਸਮਝ ਆ ਰਹੀ। ਭਗਵੰਤ ਮਾਨ ਆਮ ਕਰ, ਮੈਂ ਉਹੀ ਗੱਲ ਕਹਿ, ਇਹਨਾਂ ਨੇ ਇਲਜ਼ਾਮ ਲਾਇਆ ਜੀ, ਕਹਿੰਦੇ ਭ੍ਰਿਸ਼ਟਾਚਾਰ ਪੈਦਾ ਹੀ ਇਹਨਾਂ ਨੇ ਕੀਤਾ, ਇਹ ਕਹਿ ਰਹੇ ਸੀ। ਔਰ ਜਿਹੜੇ ਸਾਡੇ ਤਾਂ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਇਕੱਲੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਸੀ ਕਾਂਗਰਸ ਦੇ, ਚਲੋ ਜੀ ਆਪਾਂ ਕੁਰਬਾਨੀਆਂ ਤੇ ਆਪਾਂ ਚਰਚਾ ਨਹੀਂ ਕਰ ਰਹੇ ਨਾ, ਅਸਲ ਦੇ ਵਿੱਚ ਮੈਂ ਟੈਕਨੀਕਲ ਚੀਜ਼ ਤੇ ਆਉਣਾ। ਚੰਨੀ ਸਾਹਿਬ ਨੇ ਸਾਫ਼ ਕੀਤਾ
ਚੰਨੀ ਸਾਹਿਬ ਬੈਠੇ ਨੇ, ਉਹ ਵੀ ਆਪੋਜੀਸ਼ਨ ਪਾਰਟੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੇ IAS IPS PCS ਇਹ ਨਹੀਂ ਸਟ੍ਰਾਈਕ ਕਰ ਸਕਦੇ, ਨਹੀਂ ਕੰਮ ਬੰਦ ਕਰ ਸਕਦੇ, ਇਸ਼ੂਜ਼ ਹੋ ਸਕਦੇ ਨੇ, ਗ੍ਰਜਸ ਹੋ ਸਕਦੇ ਨੇ। ਨਹੀਂ, ਮੈਂ ਤਾਂ ਦੇਖੋ ਜੀ, ਮੈਂ ਉਹਨਾਂ ਵੱਲੋਂ ਨਹੀਂ ਬੈਠਾ ਜੀ, ਪਰ ਇਹ ਹੈ ਕਿ ਮੈਂ PCS ਆਫੀਸਰਸ ਵੱਲੋਂ ਤਾਂ ਬੈਠਾ ਨਹੀਂ ਜੀ, ਮੈਂ ਤਾਂ ਕਾਂਗਰਸ ਪਾਰਟੀ ਵੱਲੋਂ ਬੈਠਾ। ਔਰ ਮੈਂ ਤਾਂ ਇਹ ਪਹਿਲਾਂ ਗੱਲ ਕਹੀ ਸੀ ਵੀ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਸੀ, ਜੇਕਰ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਦਿਨ ਦਾ ਟਾਈਮ ਮੰਗਿਆ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਸਟ੍ਰਾਈਕ ਦਾ ਸਮਰਥਨ ਕਰਦੇ ਹੋ ਕਿ ਨਹੀਂ? ਛੁੱਟੀ ਤੇ ਗਏ ਸੀ, ਦਫ਼ਤਰਾਂ 'ਚ ਕੰਮ ਬੰਦ ਹੋਵੇ, ਲੋਕਾਂ ਦੀ ਖੱਜਲ ਖੁਆਰੀ ਹੋਵੇ, ਉਸ ਦਾ ਸਮਰਥਨ ਕਰਦੇ ਹੋ ਕਿ ਨਹੀਂ? ਹਾਂ ਜਾਂ ਨਾ ਦੱਸ ਦਿਓ। ਮੈਂ ਤਾਂ ਪਹਿਲਾਂ ਵੀ ਇਹ ਗੱਲ ਸ਼ੁਰੂ ਤੋਂ ਕੀਤੀ ਹੈ ਜੀ, ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ, ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ, ਲੋਕਾਂ ਦੇ ਕੰਮ ਹੋਣੇ ਚਾਹੀਦੇ ਆ। ਔਰ ਜਿਹੜੀ ਸਾਡੀ ਡੈਮੋਕ੍ਰੇਸੀ ਆ ਉਹ ਸਹੀ ਢੰਗ ਨਾਲ, ਇਹਦੇ ਸਾਰੇ ਅੰਗ ਆ ਜਿਹੜੇ, ਜਿੰਨੀ ਦੇਰ ਸਾਰੇ ਅੰਗ ਸਹੀ ਢੰਗ ਨਾਲ ਕੰਮ ਨਹੀਂ ਕਰਨਗੇ ਉਨੀ ਦੇਰ ਲੋਕਾਂ ਦੇ ਕੰਮ ਨਹੀਂ ਹੋਣਗੇ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਜ਼ੀਰੋ ਟੋਲਰੈਂਸ ਵਾਲੀ, ਭ੍ਰਿਸ਼ਟਾਚਾਰ ਵਾਲੀ, ਕਹਿੰਦੇ ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉੱਥੇ ਇਹਨਾਂ ਦੇ ਰਾਘਵ ਚੱਡਾ ਉਹਦੇ ਤੇ ਇਲਜ਼ਾਮ ਲੱਗਦੇ, ਉਹਨੂੰ ਫੜਨ। ਰਾਘਵ ਚੱਡਾ ਇਹਨਾਂ ਨੇ ਰਾਜ ਸਭਾ, ਚਲੋ ਇਲਜ਼ਾਮਾਂ ਦਾ ਤਾਂ ਕੋਈ ਦਾਇਰਾ ਨਹੀਂ ਹੁੰਦਾ ਜੀ, ਕਿਤੋਂ ਤੱਕ ਵੀ ਜਾਂਦੇ ਆ, ਕਿਤੇ ਵੀ ਲੱਗਦੇ ਰਹਿੰਦੇ ਆ ਇਲਜ਼ਾਮ। ਤਾਂ ਕੋਈ ਪਾਰਟੀ ਐਸੀ ਨਹੀਂ ਹੈ ਜਿਹੜੇ ਸਾਡੇ ਤੇ ਨਹੀਂ ਲੱਗਦੇ, ਉਹ ਸਾਰਿਆਂ ਤੇ ਲੱਗਦੇ ਨੇ। ਸਵਾਲ ਉੱਠਣਗੇ, ਜੇ ਜ਼ੀਰੋ ਟੋਲਰੈਂਸ ਦੀ ਗੱਲ ਰੱਖਣੀ ਹੈ ਫਿਰ ਤਾਂ ਉਹਨਾਂ ਨੂੰ ਫੜਨਾ ਚਾਹੀਦਾ ਜੀ। ਔਰ ਜਿਹੜਾ ਨਵਾਂ ਮੰਤਰੀ ਬਣਾਇਆ ਬਲਵੀਰ ਸਿੰਘ, ਚਲੋ ਮੈਂ ਗਰਗ ਸਾਹਿਬ ਤੋਂ ਜਵਾਬ ਲੈਣਾ, ਮੈਂ ਗਰਗ ਸਾਹਿਬ ਕੋਲੇ ਜਾਊਂਗਾ ਦੁਬਾਰਾ। ਸ਼ਾਇਦ ਕੁਝ ਟੈਕਨੀਕਲ ਪ੍ਰੋਬਲਮ ਹੈ ਜਾਂ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਡਿਸਕਨੈਕਟ ਹੋਇਆ। ਮੈਂ ਗੋਲਡੀ ਜੀ ਤੁਹਾਡੇ ਤੋਂ ਇਸ ਤੇ ਕਮੈਂਟ ਚਾਹਣਾ ਹੈ, ਫਿਰ ਮੈਂ ਗਰਗ ਸਾਹਿਬ ਤੋਂ ਇਸ ਦਾ ਜਵਾਬ ਲਊਂਗਾ। ਬਰਾੜ ਸਾਹਿਬ ਦੇਖੋ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਅਫਸਰ, ਚਾਹੇ ਉਹ ਕਿਸੇ ਅਹੁਦੇ ਤੇ ਬੈਠਾ, ਛੋਟਾ ਬੈਠਾ, ਸੁਪਰਡੈਂਟ ਲੈਵਲ ਤੋਂ ਲੈ ਕੇ ਕਲੈਰੀਕਲ ਲੈਵਲ ਤੋਂ ਲੈ ਕੇ ਉੱਪਰ ਤੱਕ, ਚੀਫ ਸੈਕਟਰੀ ਤੱਕ, ਚਾਹੇ ਦੇਸ਼ ਦਾ ਮੈਂ ਕਹਿੰਦਾ ਕੋਈ ਵੀ ਇਹੋ ਜਿਹਾ ਜਿਹੜਾ ਅਫਸਰ ਹੈ, ਉਹ ਜਦੋਂ ਇਸ ਤਰ੍ਹਾਂ ਤੋਂ ਸਮੂਹਿਕ ਛੁੱਟੀਆਂ ਤੇ ਜਾਂਦੇ ਨੇ, ਜਾਂ ਜਿਵੇਂ ਚੰਨੀ ਸਾਹਿਬ ਨੇ ਕਿਹਾ ਕਿ ਰਾਈਟਸ ਨਹੀਂ ਹੈ, ਬਿਲਕੁਲ ਸਹੀ ਹੈ, ਪਰ ਨਾਲ ਨਾਲ ਉਹਨਾਂ ਦੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ। ਜੇ ਕੋਈ ਚੀਫ ਸੈਕਟਰੀ ਲੈਵਲ ਦਾ ਜਾਂ ਕੋਈ ਸੈਕਟਰੀ ਲੈਵਲ ਦਾ ਆਪਸੀ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸੌਟ ਆਊਟ ਵੀ ਬੈਠ ਕੇ ਹੀ ਹੋ ਸਕਦਾ ਹੈ। ਉਹਨੂੰ ਮੁੱਦਾ ਬਣਾ ਕੇ ਏਡਾ ਵੱਡਾ ਨਾ ਦਿਖਾਇਆ ਜਾਵੇ, ਤਾਂ ਕਿ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਦੋਨਾਂ ਧਿਰਾਂ ਨੂੰ ਦੂਜੀ ਇੱਕ ਤਾਂ ਖਿਲਾਫ ਪੈਂਦਾ ਹੈ। ਸਰਕਾਰ ਤੇ ਅਫਸਰਸ਼ਾਹੀ ਦੋ ਚੀਜ਼ਾਂ ਦੇਖੋ ਥੰਮ ਨੇ, ਜਿਹੜਾ ਪੋਲੀਟੀਕਲ ਬੰਦਾ ਹੈ, ਲੀਡਰ ਹੈ, ਤੇ ਦੂਜੀ ਅਫਸਰਸ਼ਾਹੀ ਹੈ, ਤੇ ਦੋਨਾਂ ਨੇ ਸਰਕਾਰ ਚਲਾਉਣੀ ਹੈ। ਪਰ ਜੇ ਦੋਨਾਂ ਦੇ ਵਿੱਚ ਡਿਫਰੈਂਸਸ ਕਿਉਂ ਨੇ? ਤੁਸੀਂ ਕੋਈ ਵੀ ਚੀਜ਼ ਫੋਰਸਫੁਲੀ ਨਹੀਂ ਕਰ ਸਕਦੇ। ਹਰ ਚੀਜ਼ ਦਾ ਹੱਲ ਜਿਹੜਾ ਉਹ ਸਿਟਿੰਗ ਨਾਲ ਹੈ। ਗਰਗ ਸਾਹਿਬ ਜੁੜ ਨਾਲ ਇਹ ਕੰਕਰੀਟ ਚੀਜ਼ ਚਾਹੀਦੀ ਹੈ ਸਿਟਿੰਗ ਦੇ ਵਿੱਚ। ਗਰਗ ਸਾਹਿਬ ਜੁੜ ਗਏ। ਗਰਗ ਸਾਹਿਬ, ਤੁਹਾਡਾ ਕਨੈਕਸ਼ਨ ਡਿਸਕਨੈਕਟ ਹੋ ਗਿਆ ਸੀ। ਮੈਂ ਤੁਹਾਡੇ ਤੋਂ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ, ਜੋ ਜਿਸ ਚੀਜ਼ ਤੇ ਵੀ ਦੇਖੋ ਪੋਲੀਟੀਕਲ ਜਿਹੜੇ ਇਲਜ਼ਾਮ ਨੇ, ਸਿਆਸੀ ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿੰਦੀਆਂ ਨੇ। ਸਿਆਸੀ ਇਲਜ਼ਾਮ ਤਰਾਸ਼ੀਆਂ 'ਚ ਮੈਨੂੰ ਕਿਸੇ ਵੀ ਪਾਰਟੀ ਕੋਈ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਉਹ ਸਵਾਲ ਜਵਾਬ ਨੇ ਤੁਹਾਡੇ ਸਾਹਮਣੇ ਹੈ। ਤੁਸੀਂ ਜਵਾਬ ਜਿਹੜੀ ਚੰਨੀ ਸਾਹਿਬ ਗੱਲ ਕਹਿ ਰਹੇ ਸੀਗੇ ਕਿ ਇਹ ਡਬਲ ਸਟੈਂਡਰਡਸ ਕਰਦੇ ਨੇ, ਜੋ ਉਹਨਾਂ ਨੇ ਕੁਝ ਚੀਜ਼ਾਂ ਨੂੰ ਉਦਾਹਰਨ ਦੇ ਕੇ ਕਿਹਾ ਕਿ ਜਦੋਂ ਕਰਪਸ਼ਨ ਦੀ ਜ਼ੀਰੋ ਟੋਲਰੈਂਸ ਦੀ ਗੱਲ ਹੁੰਦੀ ਹੈ ਤਾਂ ਉਦੋਂ ਜੇ ਆਪਣੇ ਤੇ ਵਾਰੀ ਆ ਜੇ ਤਾਂ ਉਦੋਂ ਫਿਰ ਕਈ ਵਾਰੀ ਹੋਰ ਤਰੀਕੇ ਅਪਣਾ ਲਏ ਜਾਂਦੇ ਆ, ਔਰ ਜਦੋਂ ਦੂਜਿਆਂ ਤੇ ਆ ਜੇ ਉਦੋਂ ਹੋਰ ਤਰੀਕੇ ਅਪਣਾ ਲਏ ਜਾਂਦੇ ਆ। ਇਹ ਪੋਲੀਟੀਕਲ ਪਾਰਟੀਆਂ ਜਾਂ ਵੱਖ-ਵੱਖ ਪਾਰਟੀਆਂ ਇਹ ਕਹਿ ਕੇ ਇਲਜ਼ਾਮ ਲਾਉਂਦੀਆਂ ਨੇ, ਪਰ ਜਿੱਥੇ ਗੱਲ ਆ ਜਾਂਦੀ ਹੈ ਜਨਤਾ ਦੇ ਸਰੋਕਾਰਾਂ ਦੀ, ਜਿੱਥੇ ਗੱਲ ਆ ਜਾਂਦੀ ਹੈ ਜਨਤਾ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ, ਉੱਥੇ ਜਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਸੌਟ ਆਊਟ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਚਾਹੇ ਕਿਸੇ ਵੀ ਤਰੀਕੇ ਨਾਲ ਸੌਟ ਆਊਟ। ਹਾਂ ਬਿਲਕੁਲ ਬਰਾੜ ਸਾਹਿਬ, ਜਿਹੜੀ ਕਿ ਇਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈਗਾ। ਇਹੀ ਕਾਰਨ ਹੈ ਕਿ ਅਸੀਂ ਹਮੇਸ਼ਾ ਪੋਜ਼ਿਟਿਵ ਏਜੰਡੇ ਦੇ ਉੱਤੇ ਕੰਮ ਕੀਤਾ ਹੈਗਾ। ਉਹ ਏਜੰਡਾ ਜਿਹੜੇ ਏਜੰਡਾ ਅਸੀਂ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਲੈ ਕੇ ਗਏ ਸੀ, ਉਸੇ ਏਜੰਡੇ ਦੇ ਉੱਤੇ ਕੰਮ ਅਸੀਂ ਕਰ ਰਹੇ ਹਾਂ। ਮੈਨੂੰ ਬਹੁਤਾ ਇਸ ਬਾਰੇ ਦੱਸਣ ਦੀ ਲੋੜ ਨਹੀਂ ਹੈ ਕਿ ਕਿਉਂਕਿ ਅਦਰਵਾਈਜ਼ ਸਾਡੇ ਵਿਰੋਧੀ ਇਹ ਕਹਿਣਗੇ ਤੇ ਇਹ ਆਪਣਾ ਪ੍ਰਚਾਰ ਕਰਦੇ ਆ। ਪਰ ਮੈਂ ਇੱਕ ਚੀਜ਼ ਦੱਸ ਦਿਆਂ, ਨਹੀਂ ਸਵਾਲ ਬਿਲਕੁਲ ਮਿਲਾ ਕੇ ਮੈਂ ਇੱਕ ਸੈਕਿੰਡ ਗਰਗ ਸਾਹਿਬ, ਕੁੱਲ ਮਿਲਾ ਕੇ ਸਾਰੇ ਪੈਨਲਿਸਟ ਦਾ ਇਹ ਸਵਾਲ ਹੈ ਕਿ ਇਹ ਸਥਿਤੀ ਪੈਦਾ ਕਿਉਂ ਹੋ ਰਹੀ ਹੈ। ਜੇ ਮੈਂ ਵਨ ਲਾਈਨਰ 'ਚ ਸਾਰਿਆਂ ਦੇ ਕਮੈਂਟਸ ਨੂੰ ਕੰਕਲੂਡ ਕਰਾਂ ਤਾਂ ਇਹ ਸਥਿਤੀ ਕਿਉਂ ਬਣ ਰਹੀ ਹੈ, ਇਹ ਤੁਹਾਡੀ ਸਰਕਾਰ ਤੋਂ ਸਵਾਲ ਹੈ। ਹਾਂ ਬਿਲਕੁਲ, ਮੈਂ ਤੁਹਾਨੂੰ ਉੱਥੇ ਤੇ ਆ ਰਿਹਾ। ਸਾਡਾ ਕਿਸੇ ਵੀ ਤਰੀਕੇ ਦਾ ਕੋਈ ਡਬਲ ਸਟੈਂਡਰਡ ਨਹੀਂ ਹੈਗਾ। ਜਦੋਂ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ, ਜ਼ੀਰੋ ਟੋਲਰੈਂਸ ਦਾ ਮਤਲਬ ਜ਼ੀਰੋ ਟੋਲਰੈਂਸ ਹੈਗਾ। ਅਲਟੀਮੇਟਲੀ ਜਿਹੜਾ ਫੈਸਲਾ ਹੈਗਾ ਉਹ ਕਾਨੂੰਨ ਨੇ ਕਰਨਾ ਹੈਗਾ। ਸਰਕਾਰ ਵੀ ਕਾਨੂੰਨ ਦੇ ਮੁਤਾਬਕ ਚੱਲਦੀ ਹੈਗੀ ਹੈ, ਠੀਕ ਹੈ ਨਾ। ਹੁਣ ਇਸ ਦੇ ਵਿੱਚ ਜੇਕਰ ਸਾਡੇ ਇੱਕ
ਜੇ ਇੱਕ ਮੰਤਰੀ ਦਾ ਕੁਝ ਗੱਲਬਾਤ ਆਈ, ਕੁਝ ਪ੍ਰੂਫ ਹੱਥ ਲੱਗੇ ਤਾਂ ਸਰਕਾਰ ਨੇ ਉਸ ਨੂੰ ਟਰਮੀਨੇਟ ਨਹੀਂ ਕੀਤਾ, ਬਲਕਿ ਉਸ ਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ। ਉਸ ਤੋਂ ਬਾਅਦ ਫੈਸਲਾ ਜਿਹੜਾ ਅਦਾਲਤ ਨੇ ਕਰਨਾ ਹੈਗਾ। ਤੁਸੀਂ ਦੇਖੋ ਜੇ ਅੱਜ ਕਾਂਗਰਸ ਦੇ ਕੁਝ ਲੀਡਰ ਜਿਹੜੇ ਸਾਬਕਾ ਮੰਤਰੀ ਨੇ, ਜੇ ਅਸੀਂ ਫੌਰੀ ਤੌਰ ਤੇ ਕੋਈ ਫੜਨਾ ਹੁੰਦਾ ਜਾਂ ਜੇ ਕੋਈ ਵੈਂਡੇਟਾ ਹੁੰਦਾ ਤਾਂ ਅਸੀਂ ਫੌਰੀ ਤੌਰ ਤੇ ਫੜ ਲੈਂਦੇ। ਅੱਜ ਉਹ 9-9 ਮਹੀਨਿਆਂ ਪਿੱਛੋਂ, 8-8 ਮਹੀਨਿਆਂ ਪਿੱਛੋਂ ਕਿਉਂ ਉਹਨਾਂ ਨੂੰ ਫੜਿਆ ਜਾ ਰਿਹਾ? ਕਿਉਂਕਿ ਪਹਿਲਾਂ ਬਕਾਇਦਾ ਜਾਂਚ ਹੁੰਦੀ ਹੈ, ਜਾਂਚ ਤੋਂ ਬਾਅਦ ਜੇ ਕੋਈ ਪੁਖਤਾ ਸਬੂਤ ਮਿਲਦੇ ਨੇ ਫਿਰ ਉਸ ਦਾ ਅਗਲਾ ਉਸ ਤੋਂ ਬਾਅਦ ਜਿਹੜਾ ਫੈਸਲਾ ਉਹ ਜਿਹੜਾ ਹੈਗਾ ਕੋਰਟ ਨੇ ਕਰਨਾ ਹੈਗਾ। ਦੂਸਰੀ ਗੱਲ, ਇੱਥੇ ਬਾਰ-ਬਾਰ ਕਿਹਾ ਜਾ ਰਿਹਾ ਕਿ ਸੰਵਿਧਾਨਿਕ ਹੱਕ, ਸੰਵਿਧਾਨਿਕ ਹੱਕ। ਜੇ ਸੰਵਿਧਾਨ ਸਾਨੂੰ ਹੱਕ ਦਿੰਦਾ ਤਾਂ ਸੰਵਿਧਾਨ ਸਾਨੂੰ ਫਰਜ਼ਾਂ ਦੀ ਵੀ ਯਾਦ ਕਰਾਉਂਦਾ ਹੈਗਾ। ਇੱਕ ਮੁਲਾਜ਼ਮ ਬੰਦਾ ਜਿਹੜਾ 70-70, 80-80 ਹਜ਼ਾਰ ਰੁਪਏ ਤਨਖਾਹ ਲੈਂਦਾ, ਲੋਕਾਂ ਦੇ ਖੂਨ ਪਸੀਨੇ ਦਾ ਜਿਹੜਾ ਇਨਕਮ ਟੈਕਸ ਨੇ ਪੇ ਕੀਤਾ ਹੁੰਦਾ, ਟੈਕਸ ਪੇ ਕੀਤਾ ਹੁੰਦਾ, ਉੱਥੋਂ ਉਹ ਤਨਖਾਹ ਆਉਂਦੀ ਹੈ। ਔਰ ਖੱਜਲ ਖਵਾਰੀ ਉਹਨਾਂ ਲੋਕਾਂ ਨੂੰ ਅਸੀਂ ਕਿਵੇਂ ਹੁਣ ਦੇ ਸਕਦੇ ਹਾਂ? ਨੈਚੁਰਲੀ ਕਿਤੇ ਨਾ ਕਿਤੇ ਇਹ ਲਾਈਨ ਖਿੱਚਣੀ ਪੈਣੀ ਸੀ। ਜਿਸ ਤਰੀਕੇ ਦਾ ਸਪਸ਼ਟ ਸਟੈਂਡ ਅੱਜ ਮੁੱਖ ਮੰਤਰੀ ਸਾਹਿਬ ਨੇ ਲਿਆ, ਪੰਜਾਬ ਦਾ ਬੱਚਾ ਇਸ ਦੀ ਤਾਰੀਫ ਕਰ ਰਿਹਾ ਔਰ ਇਸ ਸਟੈਂਡ ਦੇ ਉੱਤੋਂ ਇੱਕ ਜਿਹੜਾ ਹੈਗਾ ਸੰਦੇਸ਼ ਬੜਾ ਸਪਸ਼ਟ ਹੈਗਾ। ਉਹ ਸੰਦੇਸ਼ ਇਸ ਟ੍ਰੈਂਡ ਦੇ ਖਿਲਾਫ ਬੜਾ ਸਪਸ਼ਟ ਹੈਗਾ। ਜੇਕਰ ਯਾਨੀ ਕਿ ਅਦਰਵਾਈਜ਼ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ, ਅਸੀਂ ਗੱਲਬਾਤ ਤੋਂ ਕਦੇ ਵੀ ਨਹੀਂ ਭੱਜੇ। ਅਸੀਂ ਹਮੇਸ਼ਾ ਯਾਨੀ ਕਿ ਗੱਲਬਾਤ ਕਰਨ ਨੂੰ ਤਿਆਰ ਆ। ਸਾਡਾ ਤਾਂ ਸਰੋਕਾਰ ਹੀ ਇਹ ਹੈਗਾ, ਕਿਉਂਕਿ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਆਪਣਾ ਬਿਜਲੀ ਦਾ ਏਜੰਡਾ ਲਾਗੂ ਕਰਨਾ, ਮੁਹੱਲਾ ਕਲੀਨਿਕ ਦਾ ਏਜੰਡਾ ਲਾਗੂ ਕਰਨਾ, ਨੌਕਰੀਆਂ ਦੇਣੀਆਂ ਨੇ ਔਰ ਅਸੀਂ ਜਿਹੜਾ ਹੈ 1 ਕਰੋੜ ਰੁਪਏ ਜਿੱਦਾਂ ਅੱਜ ਵੀ ਯਾਨੀ ਕਿ ਉੱਥੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਅਨਾਉਂਸ ਕੀਤਾ ਸੀ ਉਹ ਕਰਨਾ ਹੈ। ਅਸੀਂ ਸਕੂਲਾਂ ਦੇ ਸੁਧਾਰ ਕਰਨਾ ਹੈ, ਅਸੀਂ ਹੈਲਥ ਦੇ ਵੀ ਸੁਧਾਰ ਕਰਨਾ ਹੈਗਾ। ਅਸੀਂ ਤੇ ਧਿਆਨ ਉਧਰ ਦੇਣਾ ਚਾਹੁੰਦੇ ਆ ਤੇ ਅਸੀਂ ਨੈਚੁਰਲੀ ਹੈ ਕੋਈ ਏਦਾਂ ਦਾ ਮਸਲਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਜਿਸ ਦੇ ਨਾਲ ਖਿਲਾਫ ਪੈਦਾ ਹੋਵੇ, ਜਿਸ ਦੇ ਨਾਲ ਖਲਲ ਪੈਦਾ ਹੁੰਦਾ ਹੋਵੇ। ਲੇਕਿਨ ਜੇਕਰ ਕੋਈ ਜਾਣਬੁੱਝ ਕੇ ਇਸ ਤਰ੍ਹਾਂ ਕਰਦਾ ਉਹ ਬਰਦਾਸ਼ਤ ਤੋਂ ਬਾਹਰ ਹੈ। ਠੀਕ ਹੈ, ਆਪਣੇ ਕੋਲੇ ਆਖਰੀ 3-4 ਮਿੰਟ ਬਚੇ ਨੇ। ਗੋਲਡੀ ਜੀ ਕੋਈ ਸਵਾਲ ਕਰਨਾ ਚਾਹ ਰਹੇ ਨੇ, ਬਹੁਤ ਬਰੀਫ ਰੱਖਿਓ। ਮੈਂ ਬਹੁਤ ਛੋਟਾ, ਮੈਂ ਗਰਗ ਸਾਹਿਬ ਨੂੰ 2 ਚੀਜ਼ਾਂ ਪੁੱਛਣੀਆਂ ਚਾਹਣਾ। ਇੱਕ ਤਾਂ ਤਰਸੇਮ ਗਰਗ ਵਾਲੇ ਕੇਸ ਦੇ ਵਿੱਚ ਜਦੋਂ ਪਰਚਾ ਹੋਇਆ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋ ਕੇ ਦੁਬਾਰਾ ਉਹ ਕੈਂਸਲ ਹੋਇਆ, ਉਹਦਾ ਕੀ ਕਿਉਂ ਇਸ ਚੀਜ਼ ਤੇ ਜੇ ਤੁਹਾਨੂੰ ਪਤਾ ਸੀ ਤੇ ਤੁਸੀਂ ਸੈਟ ਪ੍ਰੋਸੀਜਰ ਫੋਲੋ ਕਰਦੇ ਹੋ ਤਾਂ ਫਿਰ ਇਹ ਚੀਜ਼ ਕਿਉਂ ਹੋਈ? ਦੂਜੀ, ਜੇ ਅਫਸਰ ਤੇ ਜਦੋਂ ਇਸ ਤੇ ਪਰਚਾ ਹੋਇਆ ਆਰਟੀਏ ਤੇ, ਜੇ ਸਾਰੇ ਅਫਸਰ ਉਹਦੀ ਹਮਾਇਤ ਚ ਆਏ ਨੇ, ਇਟ ਮੀਨਸ ਕਿਤੇ ਨਾ ਕਿਤੇ ਜਾਂ ਤਾਂ ਫਿਰ ਸਾਰੇ ਦੇ ਸਾਰੇ ਮਾੜੇ ਨੇ, ਇਹ ਗੱਲ ਤੇ ਕਲੀਅਰਿਟੀ ਦੇਣ, ਤੇ ਜਾਂ ਫਿਰ ਉਹਨਾਂ ਦਾ ਕੋਈ ਪ੍ਰੋਸੀਜਰ ਇਹੋ ਜਿਹਾ ਗਲਤ ਹੈ ਉਸ ਚੀਜ਼ ਤੇ ਗਰਗ ਸਾਹਿਬ ਜਵਾਬ ਦੇਣ ਕਿ ਜਾਂ ਤਾਂ ਤੁਹਾਡਾ ਪ੍ਰੋਸੀਜਰ ਗਲਤ ਹੈ ਕਿ ਤੁਸੀਂ ਫੋਲੋ ਨਹੀਂ ਕਰ ਰਹੇ ਹੋ ਉਸ ਚੀਜ਼ ਨੂੰ। ਜੀ ਗਰਗ ਸਾਹਿਬ ਸਾਰੇ ਜਵਾਬ ਲੈ ਲਈਏ ਆ ਗਿਆ। ਦੇਖੋ ਮੈਂ ਬੜਾ ਸਪਸ਼ਟ ਹੈ, ਮੁੱਖ ਮੰਤਰੀ ਸਾਹਿਬ ਨੇ ਵੀ ਇਸ ਤੇ ਬੜਾ ਸਪਸ਼ਟ ਉਸ ਦੇ 9 ਤਰੀਕ ਨੂੰ ਵੀ ਆਖਿਆ ਹੈਗਾ ਸੀ ਵੀ ਜੇਕਰ ਕਿਤੇ ਪ੍ਰੋਸੀਜਰ ਦੇ ਵਿੱਚ ਕਮੀ ਰਹੀ ਹੈ ਉਹਦੀ ਜਾਂਚ ਹੋ ਸਕਦੀ ਹੈ। ਲੇਕਿਨ ਜਦੋਂ ਤੁਸੀਂ ਇਹ ਆਖੋ ਕਿ ਜਾਂਚ ਬਾਅਦ ਚ ਕਰਾਂਗੇ, ਪਹਿਲਾਂ ਤੁਸੀਂ ਜਿਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਹਦੇ ਪੁਖਤਾ ਸਬੂਤ ਹੈਗੇ, ਉਸ ਨੂੰ ਰਿਹਾ ਕਰੋ, ਇਹਦਾ ਕੀ ਮਤਲਬ ਹੁੰਦਾ ਹੈਗਾ? ਇਹ ਅਧਿਕਾਰ ਤੁਹਾਨੂੰ ਕਿਸ ਨੇ ਦੇਤਾ? ਤੁਸੀਂ ਕਰਪਸ਼ਨ ਦੀ ਹਮਾਇਤ ਕਰੋ, ਇਹ ਅਧਿਕਾਰ ਕਿਸ ਨੇ ਦੇਤਾ ਤੁਹਾਨੂੰ? ਜਿਹੜਾ ਬੰਦਾ ਅੱਜ ਤੁਹਾਡੇ ਚੈਨਲ ਤੇ ਬੈਠ ਕੇ ਵੀ ਸੁਣੋ, ਡਾਕਟਰ ਸਾਹਿਬ ਇੱਕ ਮਿੰਟ, ਗੋਲਡੀ ਜੀ ਸੁਣੋ ਤੁਸੀਂ ਇੱਕ ਮਿੰਟ, ਜਿਹੜੇ ਤੁਹਾਡੇ ਕੋਲ ਸਬੂਤ ਹੈਗੇ ਰੱਖ ਦਿਓ, ਪਬਲਿਕਲੀ ਰੱਖ ਦਿਓ ਉਹ। ਔਰ ਦੂਸਰਾ ਸੁਣੋ ਗੱਲ ਜਿਹੜੀ ਹੈਗੀ ਹੈ, ਤੁਹਾਡੇ ਚੈਨਲ ਤੇ ਬੈਠ ਕੇ ਅਸੀਂ ਬਿਲਕੁਲ ਕਹਿ ਰਹੇ ਹੈਗੇ ਆ ਕਿ ਅੱਜ ਜੇਕਰ ਬੰਦਾ ਕਰਪਸ਼ਨ ਦੀ ਹਮਾਇਤ ਕਰਦਾ ਹੈਗਾ, ਠੀਕ ਹੈ ਨਾ, ਉਹਦਾ ਅੰਦਾਜ਼ਾ ਲੋਕਾਂ ਨੂੰ ਵੀ ਹੈਗਾ ਕਿਉਂ ਕਰਪਸ਼ਨ ਦੀ ਹਮਾਇਤ ਕਰਦਾ ਹੈਗਾ। ਜਾਂ ਤਾਂ ਇੱਜ਼ਤ ਦਾ ਹਿੱਸਾ ਰਿਹਾ ਹੈਗਾ, ਜੋ ਕਰਪਸ਼ਨ ਦਾ ਹਿੱਸਾ ਰਹਿਣਾ ਚਾਹੁੰਦਾ ਹੈਗਾ ਉਹੀ ਕਰਪਸ਼ਨ ਦੀ ਹਮਾਇਤ ਕਰੇਗਾ। ਇਮਾਨਦਾਰ ਅਫਸਰਾਂ ਨਾਲ ਸਰਕਾਰ ਚੱਲਦੀ ਹੈ, ਅੱਜ ਦੀ ਇਮਾਨਦਾਰ ਸਰਕਾਰ ਹੈਗੀ ਹੈ। ਮੈਂ ਹੋਰ ਸਵਾਲ ਪੁੱਛ ਲੈਣਾ ਹੈ ਗਰਗ ਸਾਹਿਬ, ਦੇਖੋ ਸਾਰੇ ਪੱਖਾਂ ਨੂੰ ਐਡਰੈਸ ਕਰਨਾ ਚਾਹੀਦਾ। ਮੈਂ ਹੋਰ ਸਵਾਲ ਪੁੱਛ ਲੈਣਾ, ਜੋ ਗ੍ਰਜਸ ਨੇ, ਜੋ ਉਹਨਾਂ ਦੀਆਂ ਮੰਗਾਂ ਨੇ, ਜੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਖਿਲਾਫ ਜਿਹੜੇ ਕੇਸ ਸੀ ਜੇ ਉਹ ਗਲਤ ਪਾਇਆ ਗਿਆ ਪਿਛਲੇ ਸਮੇਂ ਦੇ ਵਿੱਚ, ਤੇ ਜਿਨ੍ਹਾਂ ਨੇ ਤਰਸੇਮ ਚੰਦ ਹੋਰਾਂ ਦੇ ਕੇਸ ਦਾ ਇਹਨਾਂ ਨੇ ਜ਼ਿਕਰ ਕੀਤਾ, ਉਹ 3 ਸਾਲ ਪੁਰਾਣਾ ਕੇਸ ਹੈ, ਉਦੋਂ ਆਰਟੀਏ ਫਰੀਦਕੋਟ ਹੁੰਦੇ ਸੀ, ਉਸ ਵੇਲੇ ਇਹ ਇਲਜ਼ਾਮ ਲੱਗੇ ਸੀ ਔਰ ਉਦੋਂ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਉੱਥੋਂ ਦੀ। ਸੋ ਉਸ ਤੋਂ ਬਾਅਦ ਉਹਦੇ ਵਿੱਚ ਕਾਫੀ ਲੰਬਾ ਉਹ ਪ੍ਰੋਸੀਜਰ ਚੱਲਿਆ ਔਰ ਉਸ ਦੀ ਜਿਹੜੀ ਪੂਰੀ ਰੂਪਰੇਖਾ ਹੈ ਉਹ ਪੀਸੀਐਸ ਐਸੋਸੀਏਸ਼ਨ ਨੇ ਸਰਕਾਰ ਦੇ ਸਾਹਮਣੇ ਰੱਖੀ ਹੈ ਔਰ ਉਹਨਾਂ ਨੇ ਇਹ ਮੰਗ ਰੱਖੀ ਉਸ ਦੇ ਵਿੱਚ ਵੀ ਜੇ ਇਸ ਕੇਸ ਦੇ ਵਿੱਚ ਜਿਹੜੀ ਪੂਰੀ ਇਨਕੁਆਇਰੀ ਰਿਪੋਰਟ ਹੈ ਮੁੱਖ ਮੰਤਰੀ ਇਸ ਦੀ ਜਾਂਚ ਕਰਾ ਲੈਣ, ਜੇ ਗਲਤ ਹੋਈ ਹੈ ਤਾਂ ਕੀ ਉਹਨਾਂ ਅਫਸਰਾਂ ਤੇ ਕਾਰਵਾਈ ਹੋਏਗੀ? ਤੁਸੀਂ ਦੇਖੋ ਜੀ, ਅੱਜ ਵਿਜੀਲੈਂਸ ਨੇ ਆਪਣੀ ਪੂਰੀ ਰਿਪੋਰਟ ਸਵੇਰੇ ਸਬਮਿਟ ਕੀਤੀ, ਇਹ ਲੈਟਰ ਵੀ ਉਸ ਤੋਂ ਬਾਅਦ ਆਇਆ ਹੈਗਾ, ਇਹ ਲੈਟਰ ਵੀ ਉਸ ਤੋਂ ਬਾਅਦ ਹੀ ਆਇਆ ਹੈਗਾ, ਠੀਕ ਹੈ ਨਾ। ਇਹ ਲੈਟਰ ਅਦਰਵਾਈਜ਼ ਕੱਲ ਵੀ ਕੱਢਿਆ ਜਾ ਸਕਦਾ ਹੈਗਾ ਸੀ, ਇਹਦਾ ਮਤਲਬ ਪ੍ਰੋਸੀਜਰ ਫੋਲੋ ਹੋਇਆ ਹੈਗਾ। ਤੇ ਗਰਗ ਸਾਹਿਬ ਜੇ ਪਹਿਲਾਂ ਹੀ ਕਰ ਲਾਂਦੇ ਇੱਕ ਦਿਨ ਚ ਫੋਲੋ ਹੋ ਗਿਆ ਤੇ ਇੰਨੇ ਦੇਰ ਦਾ ਕਿਉਂ ਨਹੀਂ ਫੋਲੋ ਹੋ ਰਿਹਾ? ਮਸਲਾ ਤਾਂ ਆਹੀ ਹੈ। ਗੋਲਡੀ ਸਾਹਿਬ ਮੈਂ ਤੁਹਾਡੇ ਸਵਾਲਾਂ ਦਾ ਕੀ ਜਵਾਬ ਦਿਆਂ? ਤੁਸੀਂ ਜਾਨੀ ਕਿ ਪਤਾ ਨਹੀਂ ਕਿੱਥੋਂ ਬੋਲ ਰਹੇ ਹੋ। ਕਰਪਸ਼ਨ ਦੇ ਹੱਕ 'ਚ ਨਹੀਂ ਆ ਮੈਂ, ਬਿਲਕੁਲ ਨਹੀਂ ਹੱਕ 'ਚ ਅਸੀਂ, ਬਟ ਇਹ ਹੈ ਕਿ ਤੁਸੀਂ ਮੁੱਦੇ ਨੂੰ ਬਣਾ ਕੇ ਫਿਰ ਗੱਲ ਉੱਥੇ ਆਉਂਦੀ ਹੈ ਕਿ ਮੁੱਦਾ ਬਣਾਉਣੇ ਹੋ, ਹਾਈ ਕ੍ਰੀਏਟ ਕਰਦੇ ਹੋ। ਮੈਂ ਕੰਕਲੂਡ ਕਰਨਾ ਚੰਨੀ ਸਾਹਿਬ,
ਆਖਰੀ ਕਮੈਂਟਸ ਲੈਣੇ ਤੁਹਾਡੇ। ਗੱਲ ਇਹ ਹੈਗੀ ਹੈ ਕਿਉਂਕਿ ਖਿੱਚੀ ਤਾਂ ਜਿੱਡੀ ਮਰਜ਼ੀ ਲੰਬੀ ਜਾਈਏ, ਗੱਲ ਨੂੰ ਸਿਰੇ ਲਾਉਣ ਵਾਲੀ ਗੱਲ ਹੁੰਦੀ ਹੈ। ਸੰਵੇਦਨਸ਼ੀਲ ਬਹੁਤ ਮੁੱਦਾ ਹੈਗਾ। ਕੋਈ ਬੰਦਾ ਵੀ ਕਰਪਸ਼ਨ ਦੀ ਹਮਾਇਤ ਨਾ ਕਰ ਸਕਦਾ, ਨਾ ਉਹਨੂੰ ਕਰਨੀ ਪੈਂਦੀ ਹੈ। ਪਰ ਗੱਲ ਇਹ ਹੈਗੀ ਹੈ ਕਿ ਪਿਕ ਐਂਡ ਚੂਜ਼, ਡਬਲ ਸਟੈਂਡਰਡ, ਤੁਸੀਂ ਜਿੰਨੇ ਮਰਜ਼ੀ, ਹੁਣ ਮੈਂ ਚਾਹੇ 100 ਐਗਜ਼ਾਮਪਲ ਦੇ ਦਾਂ। ਹੁਣ ਮੰਨ ਲਓ ਅਸੀਂ 30,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ 9 ਮਹੀਨੇ ਤੇ 37 ਕਰੋੜ ਰੁਪਈਆ ਪਰ ਮੰਥ ਅਸੀਂ ਐਡਵਰਟਾਈਜ਼ਮੈਂਟ ਚਲਾ ਰਹੇ, ਤੇ ਅੱਜ ਵੀ ਪੇਡ ਨਿਊਜ਼ ਲੱਗੀ ਹੈ। ਮਤਲਬ ਉਹ ਵੀ ਕਰਪਸ਼ਨ ਹੈ, ਉਹ ਕਰਪਸ਼ਨ ਤੋਂ ਘੱਟ ਨਹੀਂ ਹੈਗਾ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਤੇ ਫਿਰ ਜਿਹੜਾ ਇਹ ਕਹਿੰਦੇ ਸੀ 20,000 ਕਰੋੜ ਰੁਪਈਆ ਅਸੀਂ ਇੱਕ ਸੈਕਿੰਡ ਕਿ ਮਾਈਨਿੰਗ ਚੋਂ ਕੱਢਾਂਗੇ ਤੇ ਸਾਲ ਤਾਂ ਹੋਣ ਵਾਲਾ, ਤੇ ਫਿਰ 15,000 ਕਰੋੜ ਰੁਪਈਆ ਮਾਈਨਿੰਗ ਦੇ ਵਿੱਚੋਂ ਕੌਣ ਖਾ ਗਿਆ, ਇਹ ਵੀ ਦੱਸ ਦੇਣ। ਮੈਂ ਇਹ ਕਹਿਣਾ ਚਾਹੁੰਦਾ ਕਿ ਕਰਪਸ਼ਨ ਨਾਲ ਕੋਈ ਨਹੀਂ ਹੈਗਾ। ਇਹਨਾਂ ਨੂੰ ਆਪਣੀ ਨੀਤੀ ਤੇ ਜਿਹੜੀ ਨੀਤ ਹੈਗੀ ਹੈ ਉਹ ਸਾਫ਼ ਰੱਖ ਕੇ ਰੋਲ ਮਾਡਲ ਬਣ ਕੇ ਵਿਚਰਨਾ ਪਏਗਾ, ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਵੀ ਇਹ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ। ਇਹ ਨਹੀਂ ਹੈਗਾ ਵੀ ਚਾਹੇ ਉਹਨੂੰ ਜਮਾਨਤ ਦਵਾਤੀ ਵੀ। ਠੀਕ ਹੈ ਸਰ, ਆਪਣੇ ਕੋਲੇ ਮਾਫ ਕਰਨਾ, ਸਮਾਂ ਬਹੁਤ ਕੁਝ 30 ਸੈਕਿੰਡ। ਜਸਵਿੰਦਰ ਜੀ ਆਖਰੀ ਕਮੈਂਟਸ, ਬਸ ਮੈਂ ਵਾਈਂਡ ਅਪ ਕਰਨਾ। ਅਸੀਂ ਇਹ ਚਾਹੁੰਦੇ ਹਾਂ ਜੀ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ ਤੇ ਕਾਨੂੰਨ ਦਾ ਰਾਜ ਸਥਾਪਿਤ ਹੋਣਾ ਚਾਹੀਦਾ। ਠੀਕ ਹੈ। ਔਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਸਹੁੰ ਚੁੱਕੀ ਹੈ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ, ਪਰ ਉਹਦੇ ਨਾਲ ਇੱਕ MOU ਕਰ ਲਿਆ ਦਿੱਲੀ ਦੀ ਸਰਕਾਰ ਨਾਲ। ਉਹ ਸਿੱਧੀ ਦੀ ਸਿੱਧੀ ਜਿਹੜੀ ਉਹ ਸਹੁੰ ਦੀ ਉਲੰਘਣਾ ਹੈ। ਔਰ ਸਾਡੇ ਜਿਹੜੇ ਸਾਡੀਆਂ ਫਾਈਲਾਂ ਤੇ ਸਾਡੇ ਅਫਸਰਾਂ ਨੂੰ ਨਵੇਂ ਇਸ਼ੂ ਤੇ ਤਾਂ ਜਾ ਨਹੀਂ ਬੁਲਾ ਰਹੇ, ਉਹਨਾਂ ਨੂੰ ਸਮਾਂ ਕਰ ਦਿੱਤਾ, ਪਰ ਤੁਹਾਡੇ ਇਸ਼ੂ ਤੇ ਜ਼ਰੂਰ ਜਾਊਂਗਾ। ਚਲੋ ਫਿਲਹਾਲ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਮਾਫ ਕਰਨਾ, ਸਮਾਂ ਖਤਮ ਹੋ ਗਿਆ, ਫੇਰ ਕਰਾਂਗੇ। ਇਹਨਾਂ ਤਾਂ ਰੋਜ਼ ਦਾ ਮੁੱਦੇ ਹੁੰਦੇ ਆ, ਰੋਜ਼ ਡਿਸਕਸ਼ਨਸ ਹੁੰਦੀਆਂ ਨੇ, ਰੋਜ਼ ਚਰਚਾਵਾਂ ਹੁੰਦੀਆਂ ਨੇ। ਪਬਲਿਕ ਦੇ ਕੀ ਕੰਸਰਨ ਨੇ ਉਹ ਹਰ ਕਿਸੇ ਦੀ ਪ੍ਰਾਇੋਰਟੀ ਹੁੰਦੀ ਹੈ ਔਰ ਹੋਣੀ ਵੀ ਚਾਹੀਦੀ ਹੈ। ਸਰਕਾਰਾਂ ਹੋਣ, ਜੁਡੀਸ਼ਰੀ ਹੋਵੇ, ਦੂਸਰੇ ਅਫਸਰਸ਼ਾਹੀ ਹੋਵੇ ਜਾਂ ਮੀਡੀਆ ਹੋਵੇ, ਪਬਲਿਕ ਦੇ ਜਿਹੜੇ ਸਰੋਕਾਰ ਨੇ ਉਹਨਾਂ ਨੂੰ ਮੂਹਰੇ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ। ਔਰ ਜਨਤਾ ਨੂੰ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਵੇ, ਕੋਈ ਦਿੱਕਤ ਨਾ ਹੋਵੇ, ਸਭ ਨੂੰ ਇਸ ਦੇ ਲਈ ਮਿਲ ਕੇ ਕੰਮ ਕਰਨ ਦੀ ਵੀ ਲੋੜ ਸਦਾ ਹੀ ਰਹਿੰਦੀ ਹੈ। ਸੋ ਅੱਜ ਦੀ ਇਸ ਡਿਬੇਟ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ, ਪਰ ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ ਹਰਿਆਣਾ ਤੇ ਲਗਾਤਾਰ ਜਾਰੀ ਰਹੇਗਾ।